ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਤੁਹਾਡੇ ਲਈ PSSSB ਦੇ ਪ੍ਰੀਵੀਅਸ ਈਅਰ ਜੋ ਆਪਾਂ ਸੀਰੀਜ਼ ਸਟਾਰਟ ਕੀਤੀ ਸੀ, ਸਿਰਫ MCQ ਸਿਰਫ GK ਦੇ ਜੋ MCQ ਆਪਾਂ ਸਟਾਰਟ ਕੀਤੇ ਸੀ ਉਹਦਾ 14 ਨੰਬਰ ਪੇਪਰ ਲੈ ਕੇ ਆਏ ਹਾਂ। ਇਸ ਤੋਂ ਪਹਿਲਾਂ ਆਪਾਂ 13 ਪੇਪਰ PSSSB ਦੇ ਕਰ ਚੁੱਕੇ ਹਾਂ। ਜਿਹੜੇ ਮੇਨ ਇੰਪੋਰਟੈਂਟ ਪੇਪਰ ਹੋਏ ਸੀਗੇ 2021 ਦੇ ਵਿੱਚ PSSSB ਦੇ, ਉਹ ਟੋਟਲ 15 ਪੇਪਰ ਹੋਏ ਸੀ। 9 ਪੇਪਰ ਦੂਸਰੀਆਂ ਅਲੱਗ-ਅਲੱਗ ਪੋਸਟਾਂ ਦੇ ਹੋਏ ਸੀ ਤੇ 6 ਸ਼ਿਫਟਾਂ ਦੇ ਵਿੱਚ ਇੱਕ ਪੇਪਰ ਹੋਇਆ ਸੀ ਜੇਲ੍ਹ ਵਾਰਡਨ ਦਾ। ਤਾਂ ਉਹ ਸਾਰੇ ਹੀ ਆਪਾਂ ਆਲਰੇਡੀ ਕਰ ਚੁੱਕੇ ਹਾਂ। ਹੁਣ ਇਹ ਆਪਣਾ ਹੈਗਾ ਵਾ ਜੀ ਟੋਟਲ 14ਵਾਂ ਪੇਪਰ। ਤੇ ਆਪਣਾ ਜੋ ਅਗਰ ਆਪਾਂ ਗੱਲ ਕਰੀਏ ਕਿ ਇਹਦੇ ਨਾਲ ਰਿਲੇਟਡ ਹੋਰ ਕਿਹੜੇ ਟੌਪਿਕ ਹੋਰ ਕਿਹੜੇ ਆਪਣੇ ਪੇਪਰ ਪੈਂਡਿੰਗ ਪਏ ਨੇ, ਇਹ ਆਪਣਾ ਲਾਸਟ ਹੈ, ਠੀਕ ਆ। ਜੇਲ੍ਹ ਵਾਰਡਨ ਦੀ 6ਵੀਂ ਸ਼ਿਫਟ ਲਾਸਟ ਸ਼ਿਫਟ ਦਾ ਆਪਾਂ ਕਰ ਰਹੇ ਹਾਂ। ਤਾਂ ਇਸ ਤੋਂ ਬਾਅਦ ਅਗਰ ਆਪਣੇ ਕੋਲ ਕੋਈ ਪੈਂਡਿੰਗ ਹੈ ਤਾਂ ਸਿਰਫ ਇਲੈਕਸ਼ਨ ਕਾਨੂੰਗੋ ਦਾ ਇੱਕ ਐਗਜ਼ਾਮ ਹੋ ਗਿਆ ਸੀ, ਸਿਰਫ ਉਹਦੀ GK ਵਾਲਾ ਪੇਪਰ ਹੀ ਪੈਂਡਿੰਗ ਪਿਆ। ਇਸ ਤੋਂ ਪਹਿਲਾਂ ਅਗਰ ਕੋਈ ਟੈਕਨੀਕਲ ਪੇਪਰ ਹੋਇਆ ਸੀ ਜਿਹਦੇ ਵਿੱਚ ਕਿ GK ਬਹੁਤ ਘੱਟ ਆਈ ਸੀ, ਜਿੱਦਾਂ ਕਿ 10-15 ਨੰਬਰ ਦੀ GK ਆਈ ਸੀ, ਉਹ ਵੀ ਆਪਾਂ ਇੱਕ ਅਲੱਗ ਤੋਂ ਇੱਕ ਵੀਡੀਓ ਦੇ ਵਿੱਚ ਹੀ ਜਿੰਨੇ ਵੀ ਚਾਹੇ 2 ਪੇਪਰ ਹੋਏ ਸੀ 4 ਪੇਪਰ ਹੋਏ ਸੀ, ਉਹ ਸਾਰਿਆਂ ਦੀ GK ਇੱਕ ਹੀ ਕਲਾਸ ਸਿੰਗਲ ਕਲਾਸ ਦੇ ਵਿੱਚ ਕੰਪਲੀਟ ਕਰ ਦੇਵਾਂਗੇ, ਠੀਕ ਆ। ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਅੱਜ ਦੀ ਕਲਾਸ। ਕਹਿੰਦੇ ਜਦੋਂ ਵੈਨ ਦਾ ਪਾਵਰ ਆਫ ਸੈਂਟਰਲ ਐਂਡ ਸਟੇਟ ਗੌਰਮੈਂਟ ਇਜ਼ ਗਿਵਨ ਟੂ ਲੋਕਲ ਗੌਰਮੈਂਟ, ਜਦੋਂ ਮਤਲਬ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੀ ਸ਼ਕਤੀ ਸਥਾਨਕ ਸਰਕਾਰਾਂ ਨੂੰ ਦਿੱਤੀ ਜਾਂਦੀ ਹੈ ਤਾਂ ਇਹਨੂੰ ਕੀ ਕਿਹਾ ਜਾਂਦਾ ਵਾ? ਡੀਸੈਂਟਰਲਾਈਜੇਸ਼ਨ, ਸੈਂਟਰਲਾਈਜੇਸ਼ਨ, ਪਾਵਰ ਕੈਨ ਨਾਟ ਬੀ ਗਿਵਨ ਟੂ ਲੋਕਲ ਗੌਰਮੈਂਟ, ਜਾਂ ਦਬਦਬਾ ਡੋਮੀਨੇਸ਼ਨ ਹੋ ਗਿਆ। ਸੋ ਇਹ ਵਾਲਾ ਆਪਾਂ ਟੌਪਿਕ ਅਜੇ ਫਿਲਹਾਲ ਆਪਣਾ ਪੈਂਡਿੰਗ ਪਿਆ ਵਾ। ਇਹ ਟੌਪਿਕ ਮੈਂ ਤੁਹਾਨੂੰ ਪੂਰਾ ਡਿਟੇਲ ਦੇ ਵਿੱਚ ਕਰਵਾਵਾਂਗਾ, ਠੀਕ ਹੈ। ਜਿਹੜੇ 3 ਸਟਰਕਚਰ ਆਫ ਦਾ ਗੌਰਮੈਂਟ ਹੋ ਗਿਆ ਇਹ, ਤੇ ਨਾਲ ਹੀ ਆਪਣਾ ਸੈਂਟਰ ਸਟੇਟ ਰਿਲੇਸ਼ਨ ਦਾ ਵੀ ਇੱਕ ਟੌਪਿਕ ਪਿਆ ਵਾ। ਇਹ ਜਦੋਂ ਆਪਣੇ ਪੂਰੇ ਹੋ ਗਏ ਤਾਂ ਆਹ ਵਾਲੇ ਕੁਐਸਚਨ ਵੀ ਜਿਹੜੇ ਤੁਹਾਨੂੰ ਥੋੜਾ ਜਿਹਾ ਲੱਗਦਾ ਕਿ ਸੈਂਟਰ ਸਟੇਟ ਰਿਲੇਸ਼ਨ ਵਾਲੇ ਜਿਹੜੇ ਹੁੰਦੇ ਨੇ ਜਾਂ ਲੋਕਲ ਗੌਰਮੈਂਟ ਵਾਲੇ ਵੀ, ਅਗਰ ਆਪਾਂ ਗੱਲ ਕਰੀਏ ਜੋ ਵਿਲੇਜ ਪੰਚਾਇਤ ਹੋ ਗਈ ਜਾਂ ਮਿਊਨਿਸਪੈਲਿਟੀਜ਼ ਹੋ ਗਈਆਂ, ਇਹ ਵੀ ਸਾਰਾ ਆਪਣਾ ਉਹਦੇ ਵਿੱਚ ਇਹ ਅਗਲੀਆਂ ਨੈਕਸਟ 2-3 ਕਲਾਸਾਂ ਦੇ ਵਿੱਚ ਤੁਹਾਡਾ ਪੋਲਿਟੀ 'ਚ ਕਵਰ ਹੋ ਜਾਏਗਾ, ਠੀਕ ਆ। ਸੋ ਇਹ ਹੁੰਦਾ ਜੀ ਡੀਸੈਂਟਰਲਾਈਜੇਸ਼ਨ, ਠੀਕ ਆ, ਜਦੋਂ ਪਾਵਰ ਦਿੱਤੀ ਜਾਂਦੀ ਆ। ਅੱਗੇ ਕਰਦੇ ਹਾਂ ਜੀ ਆਪਾਂ। ਹੁਣ ਆਹ ਵਾਲਾ ਕੁਐਸਚਨ ਜੀ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ ਵਾ ਤੇ ਰਿਪੀਟ ਅੱਗੇ ਵੀ ਹੋਣ ਦੀ ਪੂਰੀ ਸੰਭਾਵਨਾ ਵਾ। ਇਹਨੂੰ ਚੰਗੀ ਤਰ੍ਹਾਂ ਕਰ ਲੈਣਾ। ਸੋਭਾ ਸਿੰਘ ਇਜ਼ ਐਸੋਸੀਏਟਡ ਵਿਦ ਵਿਚ ਏਰੀਆ? ਸੋਭਾ ਸਿੰਘ ਕਿਸ ਏਰੀਆ ਦੇ ਨਾਲ, ਖੇਤਰ ਦੇ ਨਾਲ ਜੁੜੇ ਹੋਏ ਨੇ? ਸਿਨੇਮਾ, ਮਿਊਜ਼ਿਕ, ਸਪੋਰਟਸ ਜਾਂ ਪੇਂਟਿੰਗ? ਆਪਾਂ ਤੁਹਾਨੂੰ ਸਿਰਫ 5-7 ਸੈਕਿੰਡ ਦਾ ਟਾਈਮ ਦੇਵਾਂਗੇ, ਜ਼ਿਆਦਾ ਆਪਾਂ ਟਾਈਮ ਵਿਅਰਥ ਨਹੀਂ ਕਰਾਂਗੇ ਇਹਦੇ ਵਿੱਚ। ਦੇਖੋ ਜੀ ਇਹਦੇ ਵਿੱਚ ਸੋਭਾ ਸਿੰਘ ਦੀ ਅਗਰ ਆਪਾਂ ਗੱਲ ਕਰੀਏ, ਪਹਿਲਾਂ ਤਾਂ ਇਹਦਾ ਆਨਸਰ ਤੁਹਾਨੂੰ ਮੈਂ ਦੱਸ ਦਿੰਦਾ ਕਿ ਪੇਂਟਿੰਗ ਦੇ ਨਾਲ ਰਿਲੇਟਡ ਨੇ ਇਹ, ਠੀਕ ਆ। ਹੁਣ ਆਪਾਂ ਦੇਖੀਏ ਇਹਨਾਂ ਬਾਰੇ ਇੱਕ ਹੋਰ ਕੁਐਸਚਨ ਬਣਦਾ ਹੁੰਦਾ ਪੇਪਰ ਦੇ ਵਿੱਚ। ਇਹ ਕੁਐਸਚਨ ਬਣਦਾ ਵਾ ਕਿ ਜਿਹੜੇ ਸੋਭਾ ਸਿੰਘ ਨੇ, ਸੋਭਾ ਸਿੰਘ ਆਰਟ ਗੈਲਰੀ, ਇੱਕ ਹੁੰਦਾ ਸੋਭਾ ਸਿੰਘ ਜਿਹੜੀ ਆਰਟ ਗੈਲਰੀ ਆ ਉਹ ਕਿੱਥੇ ਸਿਚੁਏਟਡ ਆ, ਠੀਕ ਆ। ਸੋ ਇਹ ਕਿੱਥੇ ਸਿਚੁਏਟਡ ਆ? ਇਹ ਪਾਲਮਪੁਰ 'ਚ ਆ। ਪਾਲਮਪੁਰ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਆ, ਠੀਕ ਆ। ਸੋ ਇਹ ਆਉਂਦਾ, ਇਹਦੇ ਵਿੱਚ ਵੀ ਸ਼ਾਇਦ ਅੰਡਰੇਟਾ ਪਿੰਡ ਕਰਕੇ ਆ, ਤਾਂ ਉੱਥੇ ਆਪਣੀ ਸਥਿਤ ਆ। ਇਹ ਛੋਟਾ ਜਿਹਾ ਪਿੰਡ ਆ, ਠੀਕ ਆ, ਪਾਲਮਪੁਰ ਦੇ ਵਿੱਚ। ਤਾਂ ਇਹ ਤਾਂ ਸੀਗਾ ਇੱਕ ਇਹ ਕੁਐਸਚਨ ਬਣਦਾ ਕਿ ਸੋਭਾ ਸਿੰਘ ਆਰਟ ਗੈਲਰੀ ਕਿੱਥੇ ਸਿਚੁਏਟਡ ਆ। ਹੁਣ ਆਪਾਂ ਸੋਭਾ ਸਿੰਘ ਬਾਰੇ ਥੋੜਾ ਜਿਹਾ ਜਾਣਦੇ ਹਾਂ ਕਿ ਸੋਭਾ ਸਿੰਘ ਕੌਣ ਸੀ। ਸੋਭਾ ਸਿੰਘ ਦਾ ਜਨਮ, ਠੀਕ ਆ ਜੀ, ਪਹਿਲੀ ਗੱਲ ਤਾਂ ਗੁਰਦਾਸਪੁਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ, ਠੀਕ ਆ। ਸੋ ਇਹਨਾਂ ਨੇ ਬਹੁਤ ਜ਼ਿਆਦਾ ਵਧੀਆ ਪੇਂਟਿੰਗਸ ਬਣਾਈਆਂ ਹੋਈਆਂ ਨੇ, ਜਿਹਦੇ ਵਿੱਚ ਆਪਾਂ ਗੱਲ ਕਰੀਏ ਸੋਹਣੀ ਮਹੀਵਾਲ ਹੋ ਗਿਆ, ਹੀਰ ਰਾਂਝਾ ਹੋ ਗਿਆ, ਭਗਤ ਸਿੰਘ ਹੋ ਗਿਆ, ਲਾਲ ਬਹਾਦਰ ਸ਼ਾਸਤਰੀ ਹੋ ਗਿਆ, ਮਹਾਤਮਾ ਗਾਂਧੀ ਹੋ ਗਿਆ। ਸੋ ਬਹੁਤ ਹੀ ਵਧੀਆ ਇਹਨਾਂ ਨੇ ਪੇਂਟਿੰਗਸ ਬਣਾਈਆਂ ਹੋਈਆਂ ਨੇ, ਜਿਹਦੇ ਕਰਕੇ ਇਹਨਾਂ ਨੂੰ ਮਤਲਬ ਕਿ ਪੇਪਰ ਦੇ ਵਿੱਚ ਕੁਐਸਚਨ ਰਿਪੀਟ ਹੁੰਦਾ ਵਾ, ਠੀਕ ਆ। ਸੋ ਇਹੀ 2-3 ਕੁਐਸਚਨ ਪੇਪਰ ਦੇ ਵਿੱਚ ਰਿਪੀਟ ਹੋਣਗੇ। ਸੋ ਤੁਸੀਂ ਚੰਗੀ ਤਰ੍ਹਾਂ ਕਰ ਲਓ ਜੀ। ਨੈਕਸਟ ਆ ਜਾਏਗਾ ਹੁਣ ਜੀ 83 ਨੰਬਰ ਕੁਐਸਚਨ ਦੇ ਵਿੱਚ ਆਇਆ ਵਾ ਜੀ। ਨੈਕਸਟ ਕੁਐਸਚਨ ਆਇਆ ਵਾ ਕਿ ਵਿਚ ਆਫ ਦਾ ਫੋਲੋਇੰਗ ਕਮਿਸ਼ਨ, ਇਹਨਾਂ ਦੇ ਵਿੱਚੋਂ ਕਿਹੜਾ ਕਮਿਸ਼ਨ ਆ ਜਿਹੜਾ ਕਿ ਐਗਜ਼ਾਮਿਨ ਕਰਦਾ ਸੈਂਟਰ ਸਟੇਟ ਰਿਲੇਸ਼ਨ ਦੀ, ਠੀਕ ਆ ਜੀ। ਸੋ ਉਸ ਕਮਿਸ਼ਨਸ ਬਾਰੇ ਜਿਹੜੇ ਮਹੱਤਵਪੂਰਨ ਕਮਿਸ਼ਨ ਸੀ ਉਹ ਆਪਾਂ ਵੈਸੇ ਤਾਂ ਕਾਫੀ ਹੱਦ ਤੱਕ ਆਪਾਂ ਕਰ ਚੁੱਕੇ ਹਾਂ, ਜਿਵੇਂ ਆਪਾਂ ਨਾਲ ਕਰਦੇ ਰਹੇ ਹਾਂ ਕਿ ਇਹਦੀ ਸਿਫਾਰਿਸ਼ ਕਿਹਨੇ ਕੀਤੀ ਸੀ, ਜਿੱਦਾਂ ਕਿ ਹੁਣ ਬਾਕੀ ਫੇਰ ਵੀ ਇਹਦੀ ਇੱਕ ਅਲੱਗ ਤੋਂ ਮੈਂ ਕਲਾਸ ਲੈ ਕੇ ਆਵਾਂਗੇ ਕਿ ਜਿਹੜੀ ਸਿਰਫ ਤੇ ਸਿਰਫ ਜਿਹੜੇ ਇੱਦਾਂ ਦੇ ਆਪਣੇ ਹੁੰਦੇ ਨੇ ਕਮਿਸ਼ਨ, ਕਿ ਕਿਹੜੇ ਕਮਿਸ਼ਨ ਨੇ ਕਿਹਦੀ ਰਿਕਮੈਂਡ ਕੀਤੀ ਸੀ ਜਾਂ ਜਾਂਚ ਕੀਤੀ ਸੀ, ਉਹ ਸਾਰਿਆਂ ਦੀ ਮੈਂ ਇੱਕ ਅਲੱਗ ਤੋਂ ਕਲਾਸ ਲੈ ਕੇ ਆਵਾਂਗੇ। 10-15 ਮਿੰਟ ਦੀ ਹੀ ਕਲਾਸ ਹੋਏਗੀ, ਉਹਦੇ ਵਿੱਚ ਆਪਾਂ ਸਾਰਾ ਹੀ ਕਰ ਲਵਾਂਗੇ, ਠੀਕ ਆ। ਸੋ ਖੇਰ ਕਮਿਸ਼ਨ, ਸ਼੍ਰੀ ਕ੍ਰਿਸ਼ਨਾ ਕਮਿਸ਼ਨ, ਆਰ ਕਮਿਸ਼ਨ ਜਾਂ ਸਰਕਾਰੀਆ ਕਮਿਸ਼ਨ, ਇਹ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੁੰਦਾ ਵਾ ਕੁਐਸਚਨ। ਸੈਂਟਰ ਸਟੇਟ ਰਿਲੇਸ਼ਨਸ਼ਿਪ ਦੀ ਸਰਕਾਰੀਆ ਕਮਿਸ਼ਨ ਆ, ਜਿਹੜੀ ਸਰਕਾਰੀਆ ਕਮਿਸ਼ਨ ਆ ਇਹਨੇ ਜਾਂਚ ਕੀਤੀ ਸੀ, ਠੀਕ ਹੈ ਜੀ। ਨੈਕਸਟ ਆਪਾਂ ਕਰਦੇ ਹਾਂ। ਸੋ ਆਪਾਂ ਪੂਰੀ ਡਿਟੇਲ ਦੇ ਵਿੱਚ ਕਰਾਂਗੇ, ਠੀਕ ਹੈ। ਸਰਕਾਰੀਆ ਕਮਿਸ਼ਨ ਹੋ ਗਿਆ, ਸੈਂਟਰ ਸਟੇਟ ਰਿਲੇਸ਼ਨ ਜਦੋਂ ਆਪਾਂ ਕੀਤਾ ਉਹਦੇ ਵਿੱਚ ਵੀ। ਇਹਨਾਂ ਦੇ ਵਿੱਚ ਦੱਸੋ ਜੀ ਕਿਹੜੀ ਸਟੇਟ ਜਾਣੀ ਜਾਂਦੀ ਆ ਬ੍ਰੈਡ ਬਾਸਕਟ, ਇੰਡੀਆ ਦੀ ਬ੍ਰੈਡ ਬਾਸਕਟ ਵਜੋਂ ਕਿਹਨੂੰ ਜਾਣਿਆ ਜਾਂਦਾ ਵਾ, ਕਿਹੜੀ ਸਟੇਟ ਨੂੰ? ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ। ਪੰਜਾਬ ਨੂੰ ਜਾਣਿਆ ਜਾਂਦਾ, ਹਰਿਆਣਾ ਨੂੰ, ਉੱਤਰ ਪ੍ਰਦੇਸ਼ ਨੂੰ ਜਾਂ ਮੱਧ ਪ੍ਰਦੇਸ਼ ਨੂੰ? ਦੱਸੋ ਜੀ। ਸੋ ਬਿਲਕੁਲ ਸਹੀ ਜੀ, ਇਹ ਆਪਣਾ ਜਾਣਿਆ ਜਾਂਦਾ ਵਾ ਜੀ ਪੰਜਾਬ ਨੂੰ ਜਾਣਿਆ ਜਾਂਦਾ। ਅਗਰ ਆਪਾਂ ਗੱਲ ਕਰੀਏ ਪੰਜਾਬ ਲਗਭਗ ਕਿਉਂ ਆਪਣੀ ਬ੍ਰੈਡ ਬਾਸਕਟ ਕਿਹਾ ਜਾਂਦਾ ਵਾ, ਕਿਉਂਕਿ ਪੰਜਾਬ ਨਾ ਲਗਭਗ 12% ਦੇ ਨੀਅਰ
ਨੀਅਰ ਅਬਾਊਟ 12% ਅਨਾਜ ਪ੍ਰੋਡਿਊਸ ਕਰਦਾ। ਠੀਕ ਆ, ਅਨਾਜ ਪ੍ਰੋਡਿਊਸ ਕਰਦਾ ਵਾ 12% ਪੂਰੇ ਇੰਡੀਆ ਦਾ। ਠੀਕ ਆ, ਸਿਰਫ ਪੰਜਾਬ ਦੇ ਵਿੱਚੋਂ ਅਨਾਜ ਪ੍ਰੋਡਿਊਸ ਹੁੰਦਾ ਵਾ। ਠੀਕ ਆ, ਸੋ ਇਹਦੇ ਵਿੱਚ ਆਪਾਂ ਥੋੜਾ ਜਿਹਾ ਮੈਂ ਤੁਹਾਨੂੰ ਫੈਕਟ ਦੱਸ ਦਿੰਦਾ ਵਾ। ਇਹਦੇ ਵਿੱਚ ਆਪਣੇ ਪੰਜਾਬ ਚੋਂ ਨੀਅਰ ਅਬਾਊਟ 1/5, ਮਤਲਬ ਜੇ 5 ਹੁੰਦੀ ਆ ਤਾਂ ਇੱਕ ਕਣਕ 1/5 ਹਿੱਸਾ ਕਣਕ ਦਾ ਪ੍ਰੋਡਿਊਸ ਕਰਦਾ ਵਾ ਪੰਜਾਬ, 1/10 ਰਾਈਸ ਦਾ ਕਰਦਾ ਵਾ। ਇਸੇ ਤਰ੍ਹਾਂ ਕਾਟਨ ਵਗੈਰਾ ਹਰੇਕ ਚੀਜ਼ ਨੂੰ ਜੋ ਪ੍ਰੋਡਿਊਸਰ ਆਪਣਾ ਪੰਜਾਬ ਕਰਦਾ ਵਾ, ਕਿਉਂਕਿ ਐਗਰੀਕਲਚਰ ਦਾ ਅਗਰ ਆਪਾਂ ਗੱਲ ਕਰੀਏ, ਐਗਰੀਕਲਚਰ ਦਾ ਬਹੁਤ ਮਹੱਤਵਪੂਰਨ ਯੋਗਦਾਨ ਆ। ਠੀਕ ਆ, ਆਪਣੇ ਪੰਜਾਬ ਦੇ ਨਾਲ ਰਿਲੇਟਡ। ਨੈਕਸਟ ਆਪਾਂ ਕਰਦੇ ਹਾਂ ਜੀ। ਸੋ ਵੈਨ ਦਾ ਟੋਟਲ ਇਨਕਮ ਆਫ ਕੰਟਰੀ ਇਜ਼ ਡਿਵਾਈਡਡ ਬਾਈ ਦਾ ਟੋਟਲ ਪੋਪੂਲੇਸ਼ਨ। ਮੋਸਟ ਇੰਪੋਰਟੈਂਟ ਕੁਐਸਚਨ ਦੇਖੋ, ਇਕਨੋਮਿਕਸ ਦੇ ਵਿੱਚੋਂ ਨਾ ਅਗਰ ਤੁਸੀਂ ਦੇਖੋਗੇ 1-2 ਕੁਐਸਚਨ ਬਣਦੇ ਨੇ ਪੇਪਰ ਦੇ ਵਿੱਚ, ਜਿੱਦਾਂ ਕਿ ਹੁਣ ਇਹਦੇ ਵਿੱਚ 40 ਕੁਐਸਚਨ ਆਏਗਾ, ਇਹਦੇ ਵਿੱਚ ਤੁਹਾਨੂੰ 1-2 ਕੁਐਸਚਨ ਇਕਨੋਮਿਕਸ ਦੇ ਮਿਲਣਗੇ ਦੇਖਣ ਨੂੰ। ਪਰ ਜਿਹੜੇ ਇਕਨੋਮਿਕਸ ਦੇ ਕੁਐਸਚਨ ਇਹਦੇ ਵਿੱਚ ਜੋ PSSB ਪੁੱਛਿਆ, ਬਹੁਤ ਈਜ਼ੀ ਲੈਵਲ ਦੇ ਕੁਐਸਚਨ ਪੁੱਛਦਾ, ਕੋਈ ਜ਼ਿਆਦਾ ਔਖੇ ਕੁਐਸਚਨ ਨਹੀਂ ਪੁੱਛੇਗਾ। ਉਹ ਜਸਟ ਤੁਹਾਨੂੰ ਇਕਨੋਮਿਕਸ ਦੇ ਵਿੱਚ 5 ਈਅਰ ਪਲਾਨ ਪੁੱਛ ਲਏਗਾ, ਤੁਹਾਨੂੰ ਇਸ ਤਰ੍ਹਾਂ ਜਿੱਦਾਂ ਕਿ ਹੁਣ ਕੰਟਰੀ ਦੇ ਡਿਵਾਈਡ GDP ਬਾਰੇ ਪੁੱਛ ਲਏਗਾ, ਪਰ ਕੈਪੀਟਾ ਇਨਕਮ ਬਾਰੇ ਪੁੱਛ ਲਏਗਾ, GNP ਬਾਰੇ ਪੁੱਛ ਲਏਗਾ, ਨੈਸ਼ਨਲ ਇਨਕਮ ਬਾਰੇ ਪੁੱਛੇਗਾ। ਸੋ ਬਹੁਤ ਸੌਖੇ ਲੈਵਲ ਦੇ ਕੁਐਸਚਨ ਪੁੱਛੇਗਾ ਤੁਹਾਨੂੰ। ਠੀਕ ਆ, ਸੋ ਇਕਨੋਮਿਕਸ ਆਪਣਾ ਜੇ ਮੈਂ ਤਾਂ ਨਹੀਂ ਸ਼ੁਰੂ ਕਰ ਰਿਹਾ ਕਿਉਂਕਿ ਪਹਿਲਾਂ ਜਿਹੜੇ ਆਪਣੇ ਸਬਜੈਕਟ ਸ਼ੁਰੂ ਕੀਤੇ ਹੋਏ ਨੇ, 4 ਸਬਜੈਕਟ ਆਪਾਂ ਸ਼ੁਰੂ ਕੀਤੇ ਨੇ, ਪਹਿਲਾਂ ਇਹ ਕੰਪਲੀਟ ਹੋਣੇ ਜ਼ਰੂਰੀ ਨੇ। ਠੀਕ ਆ, ਜਿਹਦੇ ਚੋਂ ਪੇਪਰ 'ਚ ਬਹੁਤ ਜ਼ਿਆਦਾ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ। ਠੀਕ ਆ ਜੀ, ਇਹ ਆਪਣਾ ਪਰਸਨ ਇਨਕਮ, GDP, ਫੈਮਿਲੀ ਇਨਕਮ ਜਾਂ ਪਰ ਕੈਪੀਟਾ ਇਨਕਮ ਹੁੰਦੀ ਆ, ਜਿਹੜੀ ਕਿ ਡਿਵਾਈਡਡ ਕੀਤੀ ਜਾਂਦੀ ਹੈ ਜਦੋਂ ਟੋਟਲ ਪੋਪੂਲੇਸ਼ਨ ਨਾਲ, ਤਾਂ ਉਹਨੂੰ ਆਪਾਂ ਪਰ ਕੈਪੀਟਾ ਇਨਕਮ ਕਹਿ ਦਿੰਦੇ ਆ। ਠੀਕ ਆ, ਟੋਟਲ ਇਨਕਮ ਆਫ ਦਾ ਕੰਟਰੀ। ਠੀਕ ਆ, ਸੋ ਸਿੰਪਲੀ ਇਹ ਕੋਈ ਜ਼ਿਆਦਾ ਔਖਾ ਹੈ ਨਹੀਂਗਾ। ਠੀਕ ਆ ਜੀ, ਇਹ ਕੁਐਸਚਨ ਸੋ ਇਹ ਤੁਸੀਂ ਕਰ ਲਿਓ ਕਿਉਂਕਿ ਇਹ ਪੇਪਰ ਦੇ ਵਿੱਚ ਰਿਪੀਟ ਹੁੰਦਾ। ਸ਼ਾਇਦ ਐਗਜ਼ਾਈਜ਼ ਇੰਸਪੈਕਟਰ ਦੇ ਵਿੱਚ ਵੀ ਇਹ ਕੁਐਸਚਨ ਪਾਇਆ ਹੋਇਆ ਸੀ ਇਕਨੋਮਿਕਸ ਦੇ ਵਿੱਚ, ਇਦਾਂ ਦਾ ਇੱਕ। ਕਰਦੇ ਹਾਂ ਜੀ ਹੁਣ ਆਪਣਾ ਆਹ ਕੁਐਸਚਨ ਬਹੁਤ ਇੰਪੋਰਟੈਂਟ ਆ, ਮੇਰਾ ਤੁਹਾਨੂੰ ਕਰਵਾਇਆ ਹੋਇਆ। ਇਹਨਾਂ ਦੇ ਵਿੱਚੋਂ ਕਿਹਨੇ ਆਪਣਾ ਦੁਰਗਿਆਨਾ ਮੰਦਿਰ ਦਾ ਨੀਂਹ ਪੱਥਰ ਰੱਖਿਆ ਹੋਇਆ ਵਾ? ਲਾਲਾ ਲਾਜਪਤ ਰਾਏ ਜੀ, ਮਹਾਤਮਾ ਗਾਂਧੀ ਜੀ, ਮਦਨ ਮੋਹਨ ਮਾਲਵੀਆ ਜਾਂ ਗੋਪੀ ਚੰਦ ਭਾਰਗਵਾ। ਇਦਾਂ ਹੀ ਇੱਕ ਪੇਪਰ ਦੇ ਵਿੱਚ ਕੁਐਸਚਨ ਆਇਆ ਸੀਗਾ ਕਿ ਦੁਰਗਿਆਨਾ ਮੰਦਿਰ ਕਿੱਥੇ ਸਥਿਤ ਆ। ਇਸ 2021 ਦੇ ਹੀ ਇੱਕ PSSB ਦੇ ਵਿੱਚ ਮੇਰਾ ਤੁਹਾਨੂੰ ਕਰਵਾਇਆ ਹੋਇਆ, ਕਿੱਥੇ ਸਥਿਤ ਆ। ਪਹਿਲਾ ਕੁਐਸਚਨ ਦਾ ਆਨਸਰ ਬਣਦਾ ਹੈ ਤੁਹਾਡਾ ਅੰਮ੍ਰਿਤਸਰ ਦੇ ਵਿੱਚ। ਠੀਕ ਆ, ਆਪਣੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਦੁਰਗਿਆਨਾ ਮੰਦਿਰ ਸਥਿਤ ਆ। ਠੀਕ ਆ, ਸੋ ਇਹਨਾਂ ਦਾ ਜਿੱਦਾਂ ਕਿ ਆਪਾਂ ਗੱਲ ਕਰੀਏ ਤਾਂ ਦੁਰਗਿਆਨਾ ਮੰਦਿਰ ਬਿਲਕੁਲ ਜਿੱਦਾਂ ਕਿ ਅੰਮ੍ਰਿਤਸਰ ਦੇ ਵਿੱਚ ਸਥਿਤ ਆ, ਜਿੱਦਾਂ ਕਿ ਆਪਣਾ ਸ਼੍ਰੀ ਦਰਬਾਰ ਸਾਹਿਬ ਬਣਿਆ ਹੋਇਆ। ਠੀਕ ਆ, ਗੋਲਡਨ ਟੈਂਪਲ ਬਣਿਆ, ਸੇਮ ਟੂ ਸੇਮ ਉਸ ਤਰ੍ਹਾਂ ਦਾ ਹੀ ਬਣਿਆ ਹੋਇਆ ਵਾ। ਅਗਰ ਤੁਸੀਂ ਅੰਮ੍ਰਿਤਸਰ ਜਾਓਗੇ, ਸੋ ਕੁਝ ਬੱਚੇ ਗਏ ਵੀ ਹੋਣਗੇ, ਜਾ ਕੇ ਦੇਖ ਕੇ ਜ਼ਰੂਰ ਆਇਓ। ਠੀਕ ਹੈ ਜੀ, ਸੋ ਦੁਰਗਿਆਨਾ ਮੰਦਿਰ ਦਾ ਜਿਹੜਾ ਨੀਂਹ ਪੱਥਰ ਕਿਹਨੇ ਰੱਖਿਆ ਸੀ? ਇਹ ਰੱਖਿਆ ਸੀ ਜੀ ਮਦਨ ਮੋਹਨ ਮਾਲਵੀਆ। ਮੋਸਟ ਇੰਪੋਰਟੈਂਟ ਕੁਐਸਚਨ ਆ। ਠੀਕ ਆ, ਮਦਨ ਮੋਹਨ ਮਾਲਵੀਆ ਨੇ ਫਾਊਂਡੇਸ਼ਨ ਸਟੋਨ ਰੱਖਿਆ ਸੀ ਦੁਰਗਿਆਨਾ ਮੰਦਿਰ ਦਾ। ਠੀਕ ਆ, ਇੱਕ ਹੋਰ ਪੇਪਰ ਦੇ ਵਿੱਚ ਕੁਐਸਚਨ ਹੁੰਦਾ ਪੇਪਰ ਦੇ ਵਿੱਚ ਕੁਐਸਚਨ ਆਊਗਾ ਕਿ ਲਵ ਕੁਸ਼ਾ ਜਿਹੜੇ ਨੇ ਇਹਨਾਂ ਦਾ ਜਨਮ ਕਿੱਥੇ ਹੋਇਆ ਸੀ? ਇਹਨਾਂ ਦਾ ਜਨਮ ਵੀ ਕੀ ਮੰਨਿਆ ਜਾਂਦਾ? ਇਹ ਮੰਨਿਆ ਜਾਂਦਾ ਵਾ ਕਿ ਇਹਨਾਂ ਦਾ ਜਨਮ ਕਿੱਥੇ ਹੋਇਆ ਸੀ? ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਠੀਕ ਆ, ਇਹ ਵੀ ਰੀਸੈਂਟਲੀ PSSB ਦੇ ਇੱਕ ਪੇਪਰ ਦੇ ਵਿੱਚ ਰਿਪੀਟ ਹੋਇਆ ਵਾ। ਠੀਕ ਆ, ਸੋ ਬਹੁਤ ਇੰਪੋਰਟੈਂਟ ਕੁਐਸਚਨ ਬਣਦੇ ਨੇ। ਸੋ ਇਹ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਨਾ, ਇਹ ਚੀਜ਼ਾਂ ਤੁਸੀਂ ਨਾਲ ਦੀ ਨਾਲ, ਹੁਣ ਦੇਖੋ ਆਪਾਂ ਕੁਐਸਚਨ ਤਾਂ ਇੱਕ ਕੀਤਾ ਵਾ ਇਹਦੇ ਵਿੱਚ, ਸੋ ਇਹਦਾ ਬੈਨੀਫਿਟ ਇਹੀ ਆ, ਇੱਕ ਕੀਤਾ, ਬਟ ਨਾਲ ਆਪਾਂ ਇਹਦੇ 3 ਕੁਐਸਚਨ ਜਾਂ 4 ਕੁਐਸਚਨ ਕਵਰ ਕਰ ਚੁੱਕੇ ਹਾਂ। ਸੋ ਇਹੀ ਬੈਨੀਫਿਟ ਆ ਤੁਹਾਨੂੰ ਕਿ ਵੀਡੀਓ ਦੇਖਣ ਦਾ ਬੈਨੀਫਿਟ। ਅਗਰ ਤੁਹਾਨੂੰ ਨਾ ਹੋਵੇ ਤਾਂ ਫਿਰ ਵੀਡੀਓ ਦੇਖਣ ਦਾ ਕੀ ਫਾਇਦਾ? ਠੀਕ ਹੈ ਜੀ, ਸੋ 4 ਕੁਐਸਚਨ ਆਪਣੇ ਕਵਰ ਹੋ ਗਏ ਇਹਦੇ 'ਚ। ਇਹਨਾਂ ਦੇ ਵਿੱਚੋਂ ਕੌਣ ਆ ਜੋ ਕਿ ਰਿਮੂਵ ਕਰ ਸਕਦਾ ਆਪਣੇ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ? ਪ੍ਰੈਜ਼ੀਡੈਂਟ ਕਰ ਸਕਦਾ, ਵਾਈਸ ਪ੍ਰੈਜ਼ੀਡੈਂਟ ਕਰ ਸਕਦਾ। ਇੱਕ ਰੈਜ਼ੋਲੂਸ਼ਨ ਪਾਸ ਹੁੰਦਾ ਪਾਰਲੀਮੈਂਟ ਦੇ ਵਿੱਚ, ਮਤਲਬ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ। ਠੀਕ ਆ, ਦੋਨਾਂ ਦੇ ਵਿੱਚ, ਜਾਂ ਚੀਫ ਜਸਟਿਸ ਆਫ ਇੰਡੀਆ। ਦੱਸੋ ਜੀ। ਸੋ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ ਜੀ ਇਹ। ਸੋ ਬਿਲਕੁਲ ਸਹੀ ਜੀ, ਇਹਦਾ C ਆਨਸਰ ਬਣਦਾ। ਸੋ ਇਹ ਪ੍ਰੋਟੈਕਟ ਕੀਤੀਆਂ ਹੋਈਆਂ ਪੋਸਟ ਹੁੰਦੀਆਂ ਨੇ ਕਈ, ਜਿਹੜੀਆਂ ਕਿ ਸਿੱਧੇ ਤੌਰ ਦੇ ਉੱਤੇ ਨਹੀਂ ਹਟਾਈਆਂ ਜਾ ਸਕਦੀਆਂ। ਜੇਕਰ ਇੱਕ ਮਤਾ ਪਾਸ ਹੋਊਗਾ, ਇੱਕ ਰੈਜ਼ੋਲੂਸ਼ਨ ਪਾਸ ਹੋਊਗਾ, ਠੀਕ ਆ, ਫਿਰ ਪਾਰਲੀਮੈਂਟ ਦੇ ਵਿੱਚ, ਲੋਕ ਸਭਾ, ਰਾਜ ਸਭਾ ਦੇ ਵਿੱਚ, ਤਾਂ ਜਾ ਕੇ ਇਹਨਾਂ ਨੂੰ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਹਟਾਇਆ ਜਾ ਸਕਦਾ ਵਾ। ਸੋ ਇਹ ਬਹੁਤ ਜ਼ਿਆਦਾ ਪ੍ਰੋਟੈਕਟ ਕੀਤੀਆਂ ਹੋਈਆਂ ਨੇ। ਠੀਕ ਹੈ ਜੀ, ਤਾਂ ਕਿ ਕੋਈ ਪੋਲੀਟੀਕਲ ਜਿਹੜਾ ਬੰਦਾ ਵਾ ਉਹ ਇਹਦਾ ਮਤਲਬ ਦੁਰਉਪਯੋਗ ਨਾ ਕਰ ਸਕੇ ਆਪਦੀ ਪਾਵਰ ਦਾ। ਠੀਕ ਆ, ਇਹਦੇ ਲਈ। ਸੋ ਇੱਕ ਹੋਰ ਕੁਐਸਚਨ ਬਣੇਗਾ ਕਿ ਚੀਫ ਇਲੈਕਸ਼ਨ ਕਮਿਸ਼ਨਰ ਨੂੰ ਅਪਾਇੰਟ ਕੌਣ ਕਰਦਾ? ਅਪਾਇੰਟ ਕੌਣ ਕਰਦਾ ਜੀ? ਪ੍ਰੈਜ਼ੀਡੈਂਟ ਕਰਦਾ। ਇਹ ਵੀ ਤੁਹਾਨੂੰ ਯਾਦ ਹੋਣਾ ਚਾਹੀਦਾ ਵਾ। ਨੈਕਸਟ ਕਰਦੇ ਹਾਂ। Which of the following is not the part of Gandhian principle under the directive principle of state work? ਦੇਖੋ ਜੀ, DPSP ਚੋਂ ਤੁਸੀਂ ਦੇਖੋਗੇ ਹਰੇਕ ਸ਼ਿਫਟ ਦੇ ਵਿੱਚ, ਜੇਲ੍ਹ ਵਾਰਡਨ ਦੇ ਵਿੱਚ ਕੁਐਸਚਨ ਆਏ ਹੋਏ ਆ। ਇੱਕ ਨਹੀਂ, 2 3 ਕੁਐਸਚਨ ਪੁੱਛੇ ਹੋਏ ਨੇ ਉਹਨਾਂ ਨੇ। ਸੋ ਤੁਸੀਂ ਸੋਚ ਸਕਦੇ ਹੋ ਕਿੰਨਾ ਇੰਪੋਰਟੈਂਟ ਬਣ ਜਾਂਦੀ ਆ ਪੋਲਿਟੀ। ਕਈ ਵਾਰ ਜਿਹੜੇ ਸਬਜੈਕਟ, ਜਿਹੜੇ ਮਤਲਬ ਪੇਪਰ ਦੇ ਵਿੱਚ ਅਲੱਗ ਤੋਂ ਮੈਂਸ਼ਨ ਹੋਵੇ, ਤੁਸੀਂ ਦੇਖੋਗੇ ਕਿ PPSC ਦੇ ਵਿੱਚ ਤਾਂ ਪੋਲਿਟੀ ਆਉਣੀ ਹੀ ਆਉਣੀ ਆ। PSSB ਦੇ ਵੀ ਕੁਝ ਪੇਪਰ ਇਦਾਂ ਦੇ ਹੋਣਗੇ ਜਿਹਦੇ ਵਿੱਚ ਕਿ ਤੁਹਾਨੂੰ ਪੋਲਿਟੀ ਦਾ ਜੋ ਉਹਨਾਂ ਨੇ ਸਿਲੇਬਸ ਅਲੱਗ ਤੋਂ ਮੈਂਸ਼ਨ ਕੀਤਾ ਹੋਏਗਾ ਕਿ ਪੋਲਿਟੀ ਦੇ 2-4 ਕੁਐਸਚਨ, 5 ਕੁਐਸਚਨ ਆ ਸਕਦੇ ਨੇ। ਠੀਕ ਹੈ ਜੀ, ਜਿਹਦੇ ਵਿੱਚ GK ਦਾ ਵੇਟੇਜ ਹਾਈ ਹੋਊਗਾ ਤੇ ਪੋਲਿਟੀ ਦਾ ਸਿਲੇਬਸ ਮੈਂਸ਼ਨ ਹੋਊਗਾ। ਠੀਕ ਹੈ ਜੀ, ਸੋ ਗਾਂਧੀਅਨ ਪ੍ਰਿੰਸੀਪਲ ਅੰਡਰ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ 'ਚ ਪੇਂਡੂ ਖੇਤਰਾਂ ਵਿੱਚ ਕੁਟੀਰ ਉਦਯੋਗ ਨੂੰ, ਮਤਲਬ ਕਾਟੇਜ ਇੰਡਸਟਰੀ ਨੂੰ ਉਤਸ਼ਾਹਿਤ ਕਰਨਾ, ਨਸ਼ੀਲੇ ਪਦਾਰਥਾਂ ਅਤੇ ਨਸ਼ਿਆਂ ਦੀ ਮਨਾਹੀ ਕਰਨਾ ਜੋ ਕਿ ਸਿਹਤ ਲਈ ਹਾਨੀਕਾਰਕ ਹੈ, ਪਸ਼ੂਆਂ ਦੀ ਨਸਲ ਦੀ ਸੰਭਾਲ ਅਤੇ ਸੁਧਾਰ ਕਰਨਾ, ਤੇ ਗਾਵਾਂ, ਬੱਚਿਆਂ ਤੇ ਹੋਰ ਦੁਧਾਰੂ ਅਤੇ ਸੁੱਕੇ ਵਾਲੇ ਪਸ਼ੂਆਂ ਦੀ
ਹੱਤਿਆ ਤੇ ਰੋਕ ਲਾਉਣਾ, ਪਿੰਡਾਂ ਦੀ ਪੰਚਾਇਤ ਨੂੰ ਗੈਰ ਸੰਗਠਿਤ ਕਰਨਾ। ਦੇਖੋ ਜੀ ਜਿਹੜੇ ਆਹ ਵਾਲੇ ਕੁਐਸਚਨ ਨੇ ਨਾ, ਜਦੋਂ ਇਦਾਂ ਦੇ ਕੁਐਸਚਨ ਤੁਹਾਨੂੰ ਆ ਜਾਵੇ ਕਿ ਇਹਦੇ ਵਿੱਚੋਂ ਕਿਹੜੀ ਚੀਜ਼ ਪਾਰਟ ਨਹੀਂ ਗੀ, ਇਹੋ ਜਿਹੇ ਕੁਐਸਚਨ ਤੁਸੀਂ ਜੀ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ, ਤੁਸੀਂ MCQ ਦੇ ਵਿੱਚ ਇਹ ਕੁਐਸਚਨ ਨਹੀਂ ਕਵਰ ਕਰ ਸਕਦੇ। ਕਿਉਂਕਿ ਕਾਰਨ ਪਤਾ ਕੀ ਹੁੰਦਾ ਵਾ, ਕਿਉਂਕਿ ਇਹ ਥੋੜਾ ਜਿਹਾ ਸਬਜੈਕਟਿਵ ਆ ਜਾਂਦਾ ਵਾ। ਜੇਕਰ ਤੁਸੀਂ ਚੰਗੀ ਤਰ੍ਹਾਂ DPSP ਪੜ੍ਹਿਆ ਹੋਇਆ ਪੋਲਿਟੀ ਦੇ ਵਿੱਚ, ਇਹ ਕੁਐਸਚਨ ਦਾ ਆਨਸਰ ਤੁਸੀਂ ਤਾਂ ਹੀ ਸਹੀ ਲਾ ਸਕਦੇ ਹੋ, ਠੀਕ ਆ। ਸੋ ਇਹਦਾ ਬਣਦਾ ਵਾ ਜੀ, ਇਹ ਤਿੰਨ ਤਾਂ ਬਣਦੇ ਨੇ ਗਾਂਧੀਅਨ ਪ੍ਰਿੰਸੀਪਲ 'ਚ। ਮੈਂ ਤੁਹਾਨੂੰ ਪਿਛਲੇ ਦੇ ਵਿੱਚ ਵੀ ਕਿਹਾ ਸੀਗਾ, ਤਿੰਨ ਤਰ੍ਹਾਂ ਦੇ ਪ੍ਰਿੰਸੀਪਲ ਹੁੰਦੇ ਨੇ, ਇੱਕ ਸੋਸ਼ਲਿਸਟ ਹੁੰਦੇ ਨੇ, ਇੱਕ ਗਾਂਧੀਅਨ ਨੇ, ਠੀਕ ਆ। DPSP ਦੇ ਵਿੱਚ ਵੀ ਇੱਕ ਹੈਗਾ ਲਿਬਰਲ ਐਂਡ ਇੰਟੈਲੈਕਚੁਅਲ, ਠੀਕ ਆ ਜੀ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਜੇਕਰ ਤੁਸੀਂ ਇਹਨੂੰ ਚੰਗੀ ਤਰ੍ਹਾਂ DPSP ਦੀ ਆਪਣੀ ਕਲਾਸ ਜਾ ਕੇ ਦੇਖੋ, ਬਹੁਤ ਵਧੀਆ ਤਰੀਕੇ ਨਾਲ ਆਪਾਂ 35 ਮਿੰਟ ਦੇ ਵਿੱਚ ਸਾਰਾ ਕੰਪਲੀਟ ਕਰਵਾਇਆ ਹੋਇਆ ਵਾ, ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਕਰਵਾਇਆ ਹੋਇਆ ਵਾ, ਠੀਕ ਆ। ਸੋ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਵਿਦ ਆਰਟੀਕਲ ਤੁਸੀਂ ਯਾਦ ਕਰ ਸਕਦੇ ਹੋ। ਸੋ ਇਹ ਹੈਗਾ ਜੀ ਪਿੰਡਾਂ ਦੇ ਪੰਚਾਇਤ ਨੂੰ ਗੈਰ ਸੰਗਠਿਤ ਕਰਨਾ, ਇਹ ਆਪਣਾ ਗਾਂਧੀਅਨ ਪ੍ਰਿੰਸੀਪਲ ਪਾਲਿਸੀ 'ਚ ਨਹੀਂ ਹੁੰਦਾ, ਬਾਕੀ ਤਿੰਨੇ ਹੁੰਦੇ ਨੇ, ਠੀਕ ਆ ਉੱਪਰ। ਸੋ ਇਹਨਾਂ ਨੇ ਨਹੀਂ ਪੁੱਛਿਆ ਸੀ। ਇਹਨਾਂ 'ਚੋਂ ਦੱਸੋ ਜੀ ਕਿਹੜਾ ਡਿਸਟ੍ਰਿਕਟ ਆ ਜਿਹੜਾ ਲਾਰਜੈਸਟ ਆ ਫੋਰੈਸਟ ਏਰੀਆ ਪੰਜਾਬ ਦਾ? ਕਰਵਾਇਆ ਹੋਇਆ ਜੀ ਮੇਰਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਜਾਂ ਮੁਕੇਰੀਆ। ਇਹ ਤਾਂ ਤੁਹਾਨੂੰ ਵੈਸੇ ਵੀ ਸਾਰਿਆਂ ਨੂੰ ਪਤਾ ਹੋਗਾ, ਫੋਰੈਸਟ ਆਪਣੇ ਇਹਨਾਂ ਦੇ ਵਿੱਚੋਂ ਕਿਹੜੇ ਜ਼ਿਲ੍ਹੇ ਦੇ ਵਿੱਚ ਵੱਧ ਨੇ। ਸੋ ਬਿਲਕੁਲ ਸਹੀ ਜੀ, ਫੋਰੈਸਟ ਏਰੀਆ ਕਿਹੜਾ ਵਾ ਜੀ ਆਪਣਾ? ਹੁਸ਼ਿਆਰਪੁਰ, ਬਿਲਕੁਲ ਸੀਗਾ। ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਵੱਧ ਫੋਰੈਸਟ ਨੇ। ਨੈਕਸਟ ਆਪਾਂ ਕਰਦੇ ਹਾਂ, ਇਹਨਾਂ ਦੇ ਵਿੱਚੋਂ ਦੱਸੋ ਜੀ ਕਿਹੜੇ ਰਿਕੋਗਨਾਈਜ਼ ਹੇਠ ਲਿਖਿਆਂ ਵਿੱਚੋਂ ਕਿਸਨੇ ਆਪਣੇ ਪ੍ਰਚਾਰ ਵਿੱਚ ਪਰਿਵਾਰ ਅਤੇ ਸਮਾਜ ਵਿੱਚ ਔਰਤਾਂ ਦੁਆਰਾ ਨਿਭਾਈ ਜਾ ਰਹੀ ਮਹੱਤਤਾ ਦੀ ਭੂਮਿਕਾ ਨੂੰ ਪਛਾਣਿਆ? ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਰਵਿਦਾਸ ਜੀ ਜਾਂ ਗੁਰੂ ਅੰਗਦ ਦੇਵ ਜੀ? ਸੋ ਇਹ ਵਾਲਾ ਕੁਐਸਚਨ ਤਾਂ ਵੈਸੇ ਵੀ ਤੁਹਾਨੂੰ ਪਤਾ ਹੋਵੇਗਾ, ਠੀਕ ਆ। ਸੋ ਬਿਲਕੁਲ ਸਹੀ ਜੀ, ਗੁਰੂ ਨਾਨਕ ਦੇਵ ਜੀ ਆਪਣੇ ਸਿੱਖ ਧਰਮ ਦੇ ਪਹਿਲੇ ਗੁਰੂ ਸਾਹਿਬ ਨੇ। ਇਹਨਾਂ ਨੇ ਪਛਾਣਿਆ, ਮਤਲਬ ਆਪਣੇ ਪ੍ਰਚਾਰ ਦੇ ਵਿੱਚ ਕਿਹਾ ਸੀ ਕਿ ਪਰਿਵਾਰ ਅਤੇ ਸਮਾਜ ਵਿੱਚ ਜੋ ਔਰਤਾਂ ਭੂਮਿਕਾ ਨਿਭਾਉਂਦੀਆਂ ਨੇ, ਉਹਨਾਂ ਦੀ ਮਹੱਤਤਾ ਦੀ ਭੂਮਿਕਾ ਨੂੰ ਪਛਾਣਿਆ ਸੀ ਤੇ ਉਹਨਾਂ ਨੂੰ ਇਨਕਰੇਜ ਕੀਤਾ ਸੀ, ਠੀਕ ਹੈ ਜੀ। ਨੈਕਸਟ ਆਪਾਂ ਕਰਦੇ ਹਾਂ ਜੀ, Who among the following was the first woman chief minister of the any state of India? ਹੇਠ ਲਿਖੇ ਵਿੱਚੋਂ ਭਾਰਤ ਦੇ ਕਿਸੇ ਵੀ ਰਾਜ ਦੀ ਪਹਿਲੀ ਮੁੱਖ ਮੰਤਰੀ ਕੌਣ ਸੀ? ਦੇਖੋ ਸਟੈਟਿਕ ਜੀਕੇ ਜੋ ਕੁਐਸਚਨ ਆਇਆ ਆਪਣਾ ਕਰਵਾਇਆ ਹੋਇਆ ਫਸਟ ਮੇਲ ਫੀਮੇਲ ਦੇ ਵਿੱਚ, ਮਾਇਆਵਤੀ, ਸੁਚੇਤਾ ਕ੍ਰਿਪਲਾਨੀ, ਜਯਲਲਿਤਾ ਜਾਂ ਉਮਾ ਭਾਰਤੀ। ਸੋ ਇਹ ਤਾਂ ਆਪਸ਼ਨਸ ਐਲੀਮੀਨੇਟ ਕਰਕੇ ਹੀ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਜੇਕਰ ਤੁਸੀਂ ਆਪਣੀ ਸਟੈਟਿਕ ਜੀਕੇ ਦੀ ਕਲਾਸ ਨੰਬਰ 2 ਦੇਖੀ ਆ, ਫਸਟ ਫੀਮੇਲ ਆਫ ਇੰਡੀਆ। ਸੋ ਬਿਲਕੁਲ ਸਹੀ ਜੀ, ਆਪਣਾ ਸੁਚੇਤਾ ਕ੍ਰਿਪਲਾਨੀ ਨੇ, ਜਿਹੜੇ ਕਿ ਫਸਟ ਵੂਮਨ ਸੀ ਕਿਸੇ ਵੀ ਸਟੇਟ ਦੇ ਆਪਣੇ ਇੰਡੀਆ ਦੇ। ਨੈਕਸਟ ਆਪਾਂ, ਹਾਊ ਮਚ ਟਾਈਮ ਇਨ ਦਾ ਸੈਕਿੰਡ, ਇਹਨਾਂ ਦੇ ਵਿੱਚ ਦੱਸੋ ਜੀ ਕਿੰਨੇ ਸੈਕਿੰਡ ਦਿੱਤੇ ਜਾਂਦੇ ਨੇ? ਉਹ ਕਹਿੰਦੇ ਜੀ ਪ੍ਰਤੀ ਸੈਕਿੰਡ ਸਲੋਟ ਵਿੱਚ ਕਿੰਨੇ ਸੈਕਿੰਡਾਂ ਦਾ ਸਮਾਂ ਅਲਾਟ ਕੀਤਾ ਜਾਂਦਾ ਇੱਕ ਪੇਸ਼ੇਵਰ ਗੋਲਫ ਪਲੇਅਰ ਨੂੰ? 15, 30, 60, 45। ਸੋ ਇਹ ਸਪੋਰਟਸ ਦੀ ਸਟੈਟਿਕ ਜੀਕੇ ਦਾ ਕੁਐਸਚਨ ਆ ਗਿਆ। ਸੋ ਇਹਨਾਂ ਦੀਆਂ ਟਰਮਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਆਪਣੀ ਸਟੈਟਿਕ ਜੀਕੇ ਦਾ ਕੋਰਸ ਚੱਲ ਰਿਹਾ, ਉਹਦੇ ਵਿੱਚ ਇਹ ਆਪਣਾ ਕਵਰ ਹੋ ਜਾਏਗਾ। ਬਿਲਕੁਲ ਸਹੀ ਜੀ, ਇਹਦਾ ਆਪਣਾ ਬਣਦਾ ਪਿਆ ਵਾ ਜੀ 92 ਨੰਬਰ ਦਾ ਆਪਣਾ ਪੇਸ਼ੇਵਰ ਗੋਲਫ ਖਿਡਾਰੀ ਵਾਲਾ ਦਾ 45 ਸੈਕਿੰਡ ਦਾ ਸਮਾਂ ਦਿੱਤਾ ਜਾਂਦਾ ਗੋਲਫ ਪਲੇਅਰ ਨੂੰ, ਠੀਕ ਹੈ। ਨੈਕਸਟ ਆਪਾਂ ਕਰਦੇ ਹਾਂ, What is the term of the member of the state legislative council? ਦੇਖੋ ਕੁਐਸਚਨ ਆ ਗਿਆ ਨਾ ਜਿਹੜਾ ਮੈਂ ਤੁਹਾਨੂੰ ਹੁਣੇ ਰੀਸੈਂਟਲੀ ਪੇਪਰ ਦੇ ਵਿੱਚ ਆਪਣਾ ਕਲਾਸ ਦੇ ਵਿੱਚ ਕਰਵਾਇਆ ਸੀ ਕਿ ਇਹੋ ਜਿਹੇ ਕੁਐਸਚਨ ਪੁੱਛੇ ਜਾਂਦੇ ਨੇ। ਜੇਕਰ ਬਹੁਤ ਸੌਖਾ ਕੁਐਸਚਨ ਆਊਗਾ ਸਟੇਟ ਲੈਜਿਸਲੇਟਿਵ ਕਾਉਂਸਲ ਜੋ ਸਟੇਟ ਲੈਜਿਸਲੇਚਰ ਚੋਂ, ਦੇਖੋ ਆਹ ਕੁਐਸਚਨ ਆ ਗਿਆ, ਰਾਜ ਵਿਧਾਨ ਸਭਾ ਦੇ ਪ੍ਰੀਸ਼ਦ ਦੇ ਮੈਂਬਰ ਦਾ ਕਾਰਜਕਾਲ ਕੀ ਹੁੰਦਾ? 4 ਸਾਲ, 5 ਸਾਲ, 6 ਸਾਲ ਜਾਂ 3 ਸਾਲ? ਦੱਸੋ ਜੀ। ਬਿਲਕੁਲ ਸਹੀ ਜੀ, ਆਪਣਾ 6 ਸਾਲ ਹੁੰਦਾ ਵਾ ਜੀ ਆਪਣੇ ਸਟੇਟ ਲੈਜਿਸਲੇਟਿਵ ਕਾਉਂਸਲ ਦੇ ਮੈਂਬਰ ਦਾ ਟੋਟਲ ਕਾਰਜਕਾਲ। ਵੈਸੇ ਅਗਰ ਆਪਾਂ ਗੱਲ ਕਰੀਏ ਸਟੇਟ ਲੈਜਿਸਲੇਟਿਵ ਦੇ ਜਿਹੜੇ ਮੈਂਬਰ ਹੁੰਦੇ ਨੇ ਉਹ ਕਿਸ ਤਰ੍ਹਾਂ ਹੁੰਦੇ ਨੇ, ਸੋ ਇਹਦੇ ਵਿੱਚ ਕੀ ਹੁੰਦਾ, ਇਹ ਡਾਇਰੈਕਟਲੀ ਅਗਰ ਆਪਾਂ ਗੱਲ ਕਰੀਏ ਤਾਂ ਪੀਪਲਸ ਦੁਆਰਾ ਇਲੈਕਟ ਨਹੀਂ ਕੀਤੇ ਜਾਂਦੇ। ਤੁਸੀਂ ਪੜੋਗੇ ਜਾ ਕੇ ਆਪਣਾ ਸਟੇਟ ਲੈਜਿਸਲੇਚਰ ਪੜੋਗੇ, ਉਹਦੇ ਵਿੱਚ ਬਹੁਤ ਚੰਗੀ ਤਰ੍ਹਾਂ ਕਰਵਾਏ ਹੋਏ ਨੇ, ਠੀਕ ਹੈ ਜੀ। ਆਪਣਾ ਨੈਕਸਟ ਆਪਾਂ ਕਰਦੇ ਹਾਂ, Which of the following is the not the function of the chief secretary of the state? ਇਹ ਤਾਂ ਵੈਸੇ ਹੀ ਤੁਹਾਨੂੰ ਆਪਸ਼ਨਸ ਐਲੀਮੀਨੇਟ ਹੋ ਗਈ ਹੋ, ਜੇਕਰ ਤੁਸੀਂ ਨਹੀਂ ਵੀ ਪੜਿਆ ਹੋਇਆ ਤਾਂ ਵੀ ਆਪਸ਼ਨਸ ਐਲੀਮੀਨੇਟ ਹੋ ਜਾਊਗਾ। ਕਹਿੰਦੇ ਰਾਜ ਪ੍ਰਬੰਧ ਨਾਲ ਸੰਬੰਧਿਤ ਸਾਰੇ ਮਾਮਲਿਆਂ ਬਾਰੇ ਮੁੱਖ ਮੰਤਰੀ ਨੂੰ ਸਲਾਹ ਦਿੰਦਾ ਵਾ। ਇਹ ਚੀਫ ਸੈਕਟਰੀ ਆਫ ਦੀ ਸਟੇਟ ਦੀ ਗੱਲ ਹੋ ਰਹੀ ਆ। ਰਾਜ ਸਰਕਾਰ ਦੇ ਬੁਲਾਰੇ ਵਜੋਂ ਕੰਮ ਕਰਦਾ, ਰਾਜ ਦੇ ਮਾਮਲੇ ਬਾਰੇ ਕੇਂਦਰੀ ਗ੍ਰਹਿ ਮੰਤਰੀ ਨੂੰ ਰਿਪੋਰਟ ਕਰਦਾ, ਪੂਰੇ ਸਕੱਤਰੇਤ ਨੂੰ ਨਿਯੰਤਰਿਤ ਕਰਦਾ। ਦੱਸੋ ਜੀ, ਇਹ ਤਾਂ ਬਹੁਤ ਹੀ ਈਜ਼ੀ ਕੁਐਸਚਨ ਆ, ਜੇਕਰ ਤੁਸੀਂ ਵੈਸੇ ਵੀ ਨਹੀਂ ਪੜਿਆ ਵੈਸੇ ਹੀ ਤੁਹਾਨੂੰ ਪਤਾ ਲੱਗ ਜਾਂਦਾ। ਪਹਿਲਾ ਵੀ ਸਹੀ, ਦੂਜਾ ਵੀ ਸਹੀ, ਚੌਥਾ ਵੀ ਸਹੀ, ਆਹ ਵਾਲਾ ਨਹੀਂ ਜੀ, ਰਿਪੋਰਟ ਨਹੀਂ ਕਰਦਾ ਜੀ ਇਹ। ਸੋ ਇਹਨਾਂ ਨੇ ਨਹੀਂ ਪੁੱਛਿਆ, ਜੋ ਸੀ ਆਪਣਾ ਇਹਦੇ ਆਪਸ਼ਨ ਲਾਓ ਤੁਸੀਂ, ਠੀਕ ਹੈ ਜੀ। ਨੈਕਸਟ, ਫਿਟ ਇੰਡੀਆ ਮੂਵਮੈਂਟ ਆ ਜਿਹੜੀ ਜੀ, ਫਿਟ ਇੰਡੀਆ ਮੂਵਮੈਂਟ ਕਦੋਂ ਲਾਂਚ ਹੋਈ ਸੀ? ਦੇਖੋ ਇਹੋ ਜਿਹੀਆਂ ਮੂਵਮੈਂਟਸ ਵਗੈਰਾ ਪੁੱਛ ਲੈਂਦੇ ਹੁੰਦੇ ਨੇ ਜਿਹੜੀ ਆਪਣੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਨੇ। ਫਿਟ ਇੰਡੀਆ ਮੂਵਮੈਂਟ ਆ ਜਿਹੜੀ ਅਗਸਤ 2019 ਚ ਕੀਤੀ ਸੀ, ਸਤੰਬਰ 2019 ਚ, ਜੁਲਾਈ 2019 ਚ ਜਾਂ ਅਕਤੂਬਰ 2019 ਚ? ਦੇਖੋ 2021 ਦੇ ਵਿੱਚ ਉਹਨਾਂ ਨੇ 2019 ਦਾ ਕੁਐਸਚਨ ਪੁੱਛਿਆ। ਇਹ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਨੇ ਵੈਸੇ ਐਕਚੁਅਲ ਵਿੱਚ ਇਹਨਾਂ ਨੇ ਪੁੱਛਿਆ ਕਿਉਂ ਆ ਕੁਐਸਚਨ ਹੈ, ਕਿ ਇੰਨਾ ਪੁਰਾਣਾ ਇਹਨਾਂ ਨੂੰ ਕਿਉਂ ਪੁੱਛਣਾ ਪੈ ਗਿਆ ਕਿ 2 ਸਾਲ ਪੁਰਾਣਾ ਇਹਨਾਂ ਨੇ ਚੱਕ ਕੇ ਪੁੱਛ ਲਿਆ ਹੋਇਆ ਵਾ। ਦੇਖੋ ਜੀ, ਇਹ ਜਿਹੜੀ ਫਿਟ ਅਗਰ ਆਪਾਂ ਗੱਲ ਕਰੀਏ ਤਾਂ ਫਿਟ ਇੰਡੀਆ ਜਿਹੜੀ ਮੂਵਮੈਂਟ ਆ, ਸੋ ਇਹ ਤਾਂ ਮੈਂ ਤੁਹਾਨੂੰ ਵੈਸੇ ਹੀ ਦੱਸਦਾ ਹੋਇਆ, ਅਗਸਤ 2019 ਦੇ ਵਿੱਚ ਫਿਟ ਇੰਡੀਆ ਮੂਵਮੈਂਟ ਲਾਂਚ ਕੀਤੀ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ ਜੀ ਇਹ। ਅਗਰ ਆਪਾਂ ਗੱਲ ਕਰੀਏ ਕਿਉਂ ਪੁੱਛਿਆ ਜੀ ਇਹਨਾਂ ਨੇ, ਇਹ ਕੀ ਹੋਇਆ ਸੀ ਜੀ, ਆਪਣਾ ਇੱਕ ਨਾ ਐਪ ਲਾਂਚ ਕੀਤੀ ਸੀ, ਐਪ ਲਾਂਚ ਕੀਤੀ ਸੀ। ਇਹ ਪੇਪਰ ਕਦੋਂ ਹੋਇਆ ਸੀ ਜੀ? ਇਹ ਪੇਪਰ ਹੋਇਆ ਸੀ ਜੀ 29 ਅਗਸਤ ਨੂੰ ਪੇਪਰ ਹੋਇਆ ਸੀ, 29 ਅਗਸਤ ਨੂੰ ਈਵਨਿੰਗ ਸ਼ਿਫਟ ਸੀ ਇਹ, ਠੀਕ ਹੈ ਜੀ।
29 ਅਗਸਤ ਤੋਂ ਇੱਕ ਨਾ ਐਪ ਲਾਂਚ ਹੋਈ ਸੀ, ਫਿਟ ਇੰਡੀਆ ਮੂਵਮੈਂਟ। ਫਿਟ ਇੰਡੀਆ ਮੂਵਮੈਂਟ ਦੀ ਐਪ ਲਾਂਚ ਕੀਤੀ ਸੀ। ਕਿਹਨੇ ਲਾਂਚ ਕੀਤੀ ਸੀ? ਜਿਹੜੇ ਆਪਣੇ ਸਪੋਰਟਸ ਮਿਨਿਸਟਰ ਅਨੁਰਾਗ ਠਾਕਰ ਜੀ ਨੇ ਇਹ ਲਾਂਚ ਕੀਤੀ। ਸੋ ਇਹਦੇ ਕਰਕੇ ਸ਼ਾਇਦ ਇਹਨਾਂ ਨੇ ਥੋੜਾ ਜਿਹਾ ਪਿੱਛੇ ਜਾ ਕੇ ਇਹਨਾਂ ਨੇ ਇਹ ਕੁਐਸਚਨ ਉਸ ਟਾਈਮ ਦੇ ਉੱਤੇ ਪਾਇਆ ਹੋਇਆ ਸੀ। ਠੀਕ ਹੈ ਜੀ। ਸੋ ਨੈਕਸਟ ਆਪਾਂ ਕਰਦੇ ਹਾਂ। ਸੋ ਹੂ ਅਮੰਗ ਦਾ ਫੋਲੋਇੰਗ ਐਡਮਿਨਿਸਟ੍ਰੇਟ ਦਾ ਓਥ ਆਫ ਦਾ ਆਫਿਸ ਐਂਡ ਸੈਕਟਰੀਜ਼। ਬਸ ਸਿੱਧੀ ਜੀ ਗੱਲ ਹੈ, ਚੀਫ ਮਿਨਿਸਟਰ ਦੇ ਜਿਹੜੇ ਅਹੁਦੇ ਦੀ ਸਹੁੰ ਕੌਣ ਦਬਾਉਂਦਾ ਵਾ ਜੀ? ਚੀਫ ਜਸਟਿਸ ਆਫ ਸਟੇਟ ਹਾਈ ਕੋਰਟ, ਚੀਫ ਜਸਟਿਸ ਆਫ ਸੁਪਰੀਮ ਕੋਰਟ, ਗਵਰਨਰ ਜਾਂ ਪ੍ਰੈਜ਼ੀਡੈਂਟ ਆਫ ਇੰਡੀਆ। ਸੋ ਬਹੁਤ ਸੌਖਾ ਕੁਐਸਚਨ ਮੰਨਦਾ ਮੇਰਾ, ਤੁਹਾਨੂੰ ਬਹੁਤ ਵਾਰ ਕਰਵਾਇਆ ਹੋਇਆ ਵਾ ਜੀ ਇਹ। ਚਾਹੇ ਤੁਸੀਂ ਪ੍ਰੈਜ਼ੀਡੈਂਟ ਟੌਪਿਕ ਚੱਕ ਲਓ, ਚਾਹੇ ਤੁਸੀਂ ਚੀਫ ਮਿਨਿਸਟਰ ਟੌਪਿਕ ਚੱਕ ਲਓ, ਆਪਣਾ ਜਿਹੜਾ ਆਪਾਂ ਕੀਤਾ ਹੋਇਆ ਬਹੁਤ ਚੰਗੀ ਤਰ੍ਹਾਂ। ਸੋ ਉਹਦੇ ਵਿੱਚ ਬਹੁਤ ਚੰਗੀ ਤਰ੍ਹਾਂ ਕਰਾਇਆ ਹੋਇਆ। ਬਿਲਕੁਲ ਸਹੀ ਜੀ। ਚੀਫ ਮਿਨਿਸਟਰ ਨੂੰ ਅਹੁਦੇ ਦੀ ਸਹੁੰ ਗਵਰਨਰ ਚੁਕਾਉਂਦਾ। ਇਹ ਤਾਂ ਤੁਹਾਨੂੰ ਵੈਸੇ ਵੀ ਸਾਰਿਆਂ ਨੂੰ ਪਤਾ ਹੋਏਗਾ ਕਿ ਹੁਣ ਭਗਵੰਤ ਮਾਨ CM ਨੂੰ ਆਪਣੇ ਨੂੰ ਸਹੁੰ ਚੁਕਾਈ ਸੀ। ਕਿਹਨੇ ਚੁਕਾਈ ਸੀਗੀ? ਆਪਣੀ ਗਵਰਨਰ ਨੇ। ਨੈਕਸਟ ਆਪਾਂ ਇਹਨਾਂ ਦੇ ਵਿੱਚੋਂ ਕਿਹਨੂੰ ਕਿਹਾ ਜਾਂਦਾ ਫਾਊਂਡਿੰਗ ਫਾਦਰ ਆਫ ਦਾ ਇੰਡੀਅਨ ਸਪੇਸ ਪ੍ਰੋਗਰਾਮ ਦਾ? ਡਾਕਟਰ APJ ਅਬਦੁਲ ਕਲਾਮ, ਰਾਕੇਸ਼ ਸ਼ਰਮਾ, ਡਾਕਟਰ VA ਸਾਰਾਭਾਈ ਜਾਂ VN ਸੁਰੇਸ਼? ਦੱਸੋ ਜੀ। ਸੋ ਇੱਕ ਹਿੰਟ ਦਿੰਦਾ ਮੈਂ ਤੁਹਾਨੂੰ, ਇਹ ਇਹਨਾਂ ਦੇ ਜੀਵਨੀ ਦੇ ਉੱਤੇ ਹੁਣੇ ਰੀਸੈਂਟਲੀ ਇੱਕ ਮੂਵੀ ਬਣੀ, ਵੈਬ ਸੀਰੀਜ਼ ਬਣੀ ਹੋਈ ਆ ਜੀ। 2022 ਦੇ ਵਿੱਚ ਇੱਕ ਵੈਬ ਸੀਰੀਜ਼ ਆਈ ਸੀਗੀ। ਸੋ ਡਾਕਟਰ VA ਸਾਰਾਭਾਈ। ਠੀਕ ਹੈ। VA ਸਾਰਾਭਾਈ ਕੌਣ ਹੈ? VA ਸਾਰਾਭਾਈ ਦਾ ਫੁੱਲ ਨਾਮ ਹੈਗਾ ਜੀ ਵਿਕਰਮ ਅੰਬਾਲਾਲ ਸਾਰੀ। ਵਿਕਰਮ ਅੰਬਾਲਾਲ ਸਾਰਾਭਾਈ। ਠੀਕ ਹੈ ਜੀ। ਵਿਕਰਮ ਅੰਬਾਲਾਲ ਸਾਰਾਭਾਈ। ਸੋ ਇਹ ਨੇ। ਠੀਕ ਹੈ ਜੀ। ਸੋ ਅਗਰ ਆਪਾਂ ਗੱਲ ਕਰੀਏ ਨਾ, ਇਹਨਾਂ ਨੇ ਬਹੁਤ ਜ਼ਿਆਦਾ ਵਧੀਆ ਮਤਲਬ ਯੋਗਦਾਨ ਦਿੱਤਾ ਸੀ ਆਪਣੇ ਸਪੇਸ ਪ੍ਰੋਗਰਾਮ ਦੇ ਵਿੱਚ। ਸੋ ਉਸ ਤੋਂ ਬਾਅਦ ਇਹਨਾਂ ਦੇ ਇਹਦੇ ਮਤਲਬ ਬਹੁਤ ਵਧੀਆ ਤਰੀਕੇ ਨਾਲ। ਸੋ ਇੰਡੀਆ ਦਾ ਇੱਕ ਹੋਰ ਕੁਐਸਚਨ ਆਉਂਦਾ ਹੁੰਦਾ ਕਿ ਆਪਣੇ ਇੰਡੀਆ ਦਾ ਪਹਿਲਾ ਸਪੇਸ ਸੈਟੇਲਾਈਟ ਕਦੋਂ ਲਾਂਚ ਹੋਇਆ ਸੀ? 1975 ਚ ਹੋਇਆ ਸੀ। ਕੀ ਨਾਮ ਸੀ ਜੀ ਉਹਦਾ? ਆਰੀਆ ਭੱਟਾ ਸੀ। ਠੀਕ ਹੈ ਜੀ। ਆਰੀਆ ਭੱਟਾ ਨਾਮ ਕਿਉਂ ਦਿੱਤਾ ਸੀ? ਇਹ ਇੰਡੀਆ ਦੇ ਜਿਹੜੇ ਆਪਣੇ ਫੇਮਸ ਆਪਣੇ ਮੈਥਮੈਟੀਸ਼ੀਅਨ ਸੀਗੇ। ਠੀਕ ਆ। ਸੋ ਆਰੀਆ ਭੱਟਾ, ਉਹਨਾਂ ਦੇ ਨਾਮ ਦੇ ਉੱਤੇ ਇਹ ਨਾਮ ਰੱਖਿਆ ਸੀ। ਨੈਕਸਟ ਆਪਾਂ ਕਰਦੇ ਹਾਂ। ਇਨ ਵਿਚ ਈਅਰ ਡਿਡ ਮਿਲਖਾ ਸਿੰਘ ਵਿਨ ਫਸਟ ਨੈਸ਼ਨਲ ਟਾਈਟਲ? 400 ਮੀਟਰ ਰੇਸ 'ਚ ਪਹਿਲੀ ਵਾਰ ਮਤਲਬ ਨੈਸ਼ਨਲ ਕੋਈ ਵੀ ਨੈਸ਼ਨਲ ਟਾਈਟਲ ਕਦੋਂ ਜਿੱਤਿਆ ਸੀ ਮਿਲਖਾ ਸਿੰਘ ਨੇ? ਸੋ ਮਿਲਖਾ ਸਿੰਘ ਨਿਊਜ਼ ਦੇ ਵਿੱਚ ਸੀ, ਤਾਂ ਕੁਐਸਚਨ ਜ਼ਿਆਦਾ ਲਗਭਗ ਹਰੇਕ ਸ਼ਿਫਟ ਛੱਡ ਕੇ ਇਹਨਾਂ ਨੇ ਜੇਲ੍ਹ ਵਾਰਡਨ ਦੇ ਵਿੱਚ ਕੁਐਸਚਨ ਪੁੱਛੇ ਹੋਏ ਸੀ। 1957, 1961, 1953 ਜਾਂ 1960 ਦੇ ਵਿੱਚ? ਦੱਸੋ ਜੀ। ਬਿਲਕੁਲ ਸਹੀ ਜੀ। ਇਹਨਾਂ ਨੇ 400 ਮੀਟਰ ਰੇਸ 'ਚ ਪਹਿਲਾ ਨੈਸ਼ਨਲ ਅਵਾਰਡ ਕਦੋਂ ਜਿੱਤਿਆ ਸੀਗਾ? 1957 ਦੇ ਵਿੱਚ। ਵੈਸੇ ਆਪਣਾ ਇਹ ਬਹੁਤ ਚੰਗੀ ਤਰ੍ਹਾਂ ਕਰਾਂਗੇ ਜਦੋਂ ਆਪਾਂ ਉਹਦੇ ਵਿੱਚ ਕਰਾਂਗੇ। ਵੈਸੇ ਮੇਰਾ ਥੋੜਾ ਬਹੁਤ ਤੁਹਾਨੂੰ ਕਰਵਾਇਆ ਵੀ ਹੋਇਆ ਵਾ ਜਦੋਂ ਆਪਾਂ ਨਾਲ ਦੀ ਨਾਲ ਕਰਦੇ ਰਹਿੰਦੇ ਹਾਂ। ਸੋ ਆਪਾਂ ਬਾਰ-ਬਾਰ ਉਹ ਚੀਜ਼ਾਂ ਰਿਪੀਟ ਨਹੀਂ ਕਰਾਂਗੇ। ਦੇਖੋ ਜੀ, ਇਹਨਾਂ ਦੇ ਵਿੱਚੋਂ ਪੁੱਛ ਲਿਆ ਉਹਨਾਂ ਨੇ, ਭਾਰਤੀ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਵਿੱਚ ਵਿਵਸਥਾ ਕੀਤੀ ਗਈ ਆ ਕਿ ਸੰਸਦ ਦਾ ਇੱਕ ਸਦਨ ਮਤਲਬ ਇੱਕ ਸਦਨ ਦੁਆਰਾ ਪਾਸ ਕੀਤੇ ਗਏ ਬਿੱਲ ਨੂੰ ਦੂਜੇ ਸਦਨ ਦੁਆਰਾ ਰੱਦ ਕੀਤਾ ਜਾ ਸਕਦਾ ਵਾ? ਠੀਕ ਆ। 108 ਚ, 106 ਚ, 107 ਜਾਂ 110 ਦੇ ਵਿੱਚ? ਦੱਸੋ ਜੀ ਕਿਹਦੇ ਵਿੱਚ ਇਹ ਆਪਣਾ ਕੀਤਾ ਹੋਇਆ? ਠੀਕ ਹੈ ਜੀ। ਸੋ 108 ਨੰਬਰ ਆਰਟੀਕਲ ਇੱਕ ਹੁੰਦਾ ਵਾ। 108 ਨੰਬਰ ਆਰਟੀਕਲ। ਇੱਕ ਹੋਰ ਕੁਐਸਚਨ ਆਪਣੇ ਪੇਪਰ ਦੇ ਵਿੱਚ ਬਣਦਾ ਵਾ ਕਿ ਦੱਸੋ ਆਪਣਾ ਕਿ ਜਿਹੜੀ ਜੁਆਇੰਟ ਸਿਟਿੰਗ ਹੁੰਦੀ ਆ ਪਾਰਲੀਮੈਂਟ ਦੇ ਵਿੱਚ, ਜਿਹੜੀ ਜੁਆਇੰਟ ਸਿਟਿੰਗ ਹੁੰਦੀ ਆ, ਠੀਕ ਆ। ਸੋ ਉਹ ਜੁਆਇੰਟ ਸਿਟਿੰਗ ਲਈ ਕਿਹੜਾ ਆਰਟੀਕਲ ਆ? ਉਹ ਵੀ 108 ਨੰਬਰ ਆਰਟੀਕਲ ਆ। ਤੇ ਜੁਆਇੰਟ ਸਿਟਿੰਗ ਲਈ ਬੁਲਾਉਂਦਾ ਕੌਣ ਆ? ਕੌਣ ਭੇਜਦਾ ਵਾ ਮਤਲਬ ਬੁਲਾਉਂਦਾ ਵਾ ਉਹਨੂੰ? ਇਹਨੂੰ ਕੌਣ ਬੁਲਾਉਂਦਾ ਵਾ? ਪ੍ਰੈਜ਼ੀਡੈਂਟ ਆਫ ਇੰਡੀਆ ਬੁਲਾਉਂਦਾ। ਪੇਪਰ ਦੇ ਵਿੱਚ ਇਹ ਵੀ ਕੁਐਸਚਨ ਬਣਦਾ ਕਿ ਕੌਣ ਕਾਲ ਕਰਦਾ ਵਾ ਇਹਦੀ? ਠੀਕ ਆ। ਪ੍ਰੈਜ਼ੀਡੈਂਟ ਆਫ ਇੰਡੀਆ ਕਰਦਾ ਵਾ। ਜੇਕਰ ਆਪਾਂ ਗੱਲ ਕਰੀਏ ਕਿ ਜਿਹੜੀ ਇਹ ਜੁਆਇੰਟ ਸਿਟਿੰਗ ਹੁੰਦੀ ਆ ਉਸ ਟਾਈਮ ਤੇ, ਮੰਨ ਲਓ ਕਿਤੇ ਵਿਵਾਦ ਹੋ ਗਿਆ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ, ਕਿਸੇ ਬਿੱਲ ਨੂੰ ਲੈ ਕੇ ਵਿਵਾਦ ਹੋ ਗਿਆ, ਠੀਕ ਆ, ਤਾਂ ਉਹ ਜੁਆਇੰਟ ਸਿਟਿੰਗ ਬੁਲਾਊਗਾ। ਤੇ ਇਹਦਾ ਪ੍ਰੈਜ਼ੀਡਿੰਗ ਆਫੀਸਰ ਕੌਣ ਹੁੰਦਾ? ਲੋਕ ਸਭਾ ਦਾ ਸਪੀਕਰ ਹੁੰਦਾ। ਠੀਕ ਆ ਜੀ। ਲੋਕ ਸਭਾ ਦਾ ਸਪੀਕਰ ਹੁੰਦਾ ਵਾ। ਜੇਕਰ ਸਪੀਕਰ ਨਾ ਹੋਵੇ, ਜੇਕਰ ਮੰਨ ਲਓ ਸਪੀਕਰ ਉਸ ਟਾਈਮ ਦੇ ਉੱਤੇ ਅਵੇਲੇਬਲ ਨਾ ਹੋਵੇ, ਤਾਂ ਕੌਣ ਹੁੰਦਾ? ਫਿਰ ਡੈਪੂਟੀ ਸਪੀਕਰ ਆਫ ਦਾ ਲੋਕ ਸਭਾ ਹੁੰਦਾ। ਮੰਨ ਲਓ ਲੋਕ ਸਭਾ ਦਾ ਡੈਪੂਟੀ ਸਪੀਕਰ ਵੀ ਹੈ ਨਹੀਂਗਾ, ਤਾਂ ਰਾਜ ਸਭਾ ਦਾ ਜਿਹੜਾ ਡੈਪੂਟੀ ਚੇਅਰਮੈਨ ਹੁੰਦਾ। ਬਟ ਜਿਹੜਾ ਰਾਜ ਸਭਾ ਦਾ ਜਿਹੜਾ ਚੇਅਰਮੈਨ ਹੁੰਦਾ, ਜਿਹੜਾ ਕਿ ਆਪਾਂ ਸਾਰਿਆਂ ਨੇ ਕੀਤਾ ਹੀ ਹੋਇਆ ਹੈਗਾ, ਰਾਜ ਸਭਾ ਦਾ ਚੇਅਰਮੈਨ ਐਕਸ ਅਫੀਸ਼ੀਓ ਚੇਅਰਮੈਨ ਹੁੰਦਾ, ਵਾਈਸ ਪ੍ਰੈਜ਼ੀਡੈਂਟ। ਉਹ ਇਹਨੂੰ ਆਪਣੇ ਨੂੰ ਪ੍ਰੀਸਾਈਡਿੰਗ ਆਫੀਸਰ ਨਹੀਂ ਹੁੰਦਾਗਾ। ਠੀਕ ਆ। ਇਹ ਵਾਈਸ ਪ੍ਰੈਜ਼ੀਡੈਂਟ ਨਹੀਂ ਹੁੰਦਾਗਾ। ਸੋ ਪੇਪਰ 'ਚ ਕਨਫਿਊਜ਼ ਕਰਨ ਲਈ ਤੁਹਾਨੂੰ ਇਹਦਾ ਵੀ ਨਾਮ ਦੇਣਗੇ। ਵੈਸੇ ਮੋਸਟਲੀ ਤੁਹਾਨੂੰ ਇਹੀ ਕੁਐਸਚਨ ਆਊਗਾ ਕਿ ਇਹਨੂੰ ਪ੍ਰੀਸਾਈਡਿੰਗ ਕੌਣ ਕਰਦਾ ਵਾ? ਠੀਕ ਆ। ਸੋ ਕੌਣ ਕਰਦਾ ਵਾ ਜੀ? ਆਪਣਾ ਲੋਕ ਸਭਾ ਦਾ ਸਪੀਕਰ। ਠੀਕ ਹੈ ਜੀ। ਨੈਕਸਟ ਆਪਾਂ ਕਰਦੇ ਹਾਂ। ਵਿਚ ਈਅਰ 2 ਮੋਰ ਇਲੈਕਸ਼ਨ ਕਮਿਸ਼ਨਰ ਵਰ ਅਪਾਇੰਟਡ ਫਸਟ ਟਾਈਮ ਇਨ ਇੰਡੀਆ? ਪਹਿਲੀ ਵਾਰ ਜਾਨੀ ਕਿ ਭਾਰਤ ਦੇ ਵਿੱਚ ਮਤਲਬ 2 ਹੋਰ ਚੋਣ ਕਮਿਸ਼ਨਰ ਦੀ ਨਿਯੁਕਤੀ ਕਦੋਂ ਕੀਤੀ ਗਈ ਸੀ? 1988, 1987, 1986 ਜਾਂ 1999? ਕਿਉਂਕਿ ਆਪਾਂ ਨੂੰ ਪਤਾ ਹੈ ਕਿ ਚੀਫ ਇਲੈਕਸ਼ਨ ਕਮਿਸ਼ਨਰ ਹੁੰਦੇ ਨੇ ਇਹ। ਠੀਕ ਆ। ਚੀਫ ਇਲੈਕਸ਼ਨ ਕਮਿਸ਼ਨਰ ਇੱਕ ਹੁੰਦਾ ਵਾ, ਤਾਂ ਉਹਦੇ ਨਾਲ ਹੀ 2 ਹੋਰ ਇਲੈਕਸ਼ਨ ਕਮਿਸ਼ਨਰ ਹੁੰਦੇ ਨੇ। ਦੱਸੋ ਜੀ ਕਿਹੜੇ ਸਾਲ ਦੇ ਵਿੱਚ ਉਹ ਕੀਤਾ ਹੋਇਆ? ਜਦੋਂ ਚੀਫ ਇਲੈਕਸ਼ਨ ਕਮਿਸ਼ਨਰ ਦਾ ਅਜੇ ਆਪਾਂ ਕੀਤਾ ਨਹੀਂ, ਕਨਸਟੀਟਿਊਸ਼ਨਲ ਬੋਡੀਜ਼ ਦੇ ਵਿੱਚ ਜਦੋਂ ਆਪਾਂ ਕਰਾਂਗੇ ਉਹਦੇ ਵਿੱਚ ਹੋ ਜਾਏਗਾ। ਠੀਕ ਹੈ ਜੀ। ਸੋ 1989 ਦੇ ਵਿੱਚ ਪਹਿਲੀ ਵਾਰ ਅਪਾਇੰਟ ਕੀਤੇ ਸੀ। ਅਗਰ ਆਪਾਂ ਗੱਲ ਕਰੀਏ ਇਸ ਟਾਈਮ ਦੇ ਉੱਤੇ ਆਪਣੇ ਚੀਫ ਇਲੈਕਸ਼ਨ ਕਮਿਸ਼ਨਰ, ਕਰੰਟ ਅਫੇਅਰ ਦਾ ਮੋਸਟ ਐਕਸਪੈਕਟਡ ਕੁਐਸਚਨ ਆ ਜੀ। ਠੀਕ ਹੈ ਜੀ। ਰਾਜੀਵ ਕੁਮਾਰ ਨੇ,
ਰਾਜੀਵ ਕੁਮਾਰ ਨੇ ਇਹਨਾਂ ਨੇ ਕਦੋਂ ਕਾਰਜਕਾਲ ਸੰਭਾਲਿਆ? ਸ਼ਾਇਦ ਮਈ 2022 ਦੇ ਵਿੱਚ ਹੀ ਇਹਨਾਂ ਨੇ ਕਾਰਜਕਾਲ ਸੰਭਾਲਿਆ ਵਾ, ਠੀਕ ਆ। ਪਹਿਲਾਂ ਵੈਸੇ ਇਹ ਇਲੈਕਸ਼ਨ ਕਮਿਸ਼ਨਰ, ਸੋ ਇਹਨਾਂ ਨੂੰ ਹੁਣ ਇਸ ਟਾਈਮ ਚੀਫ ਇਲੈਕਸ਼ਨ ਕਮਿਸ਼ਨਰ ਨੇ। ਸੋ ਦੂਸਰੇ ਜਿਹੜੇ ਆਪਣੇ ਅਗਰ ਆਪਾਂ ਗੱਲ ਕਰੀਏ ਇਲੈਕਸ਼ਨ ਕਮਿਸ਼ਨਰ, ਜਿਹੜੇ ਚੀਫ ਦੀ ਨਹੀਂ ਮੈਂ ਗੱਲ ਕਰਦਾ, ਉਹ ਹੈਗੇ ਨੇ ਅਨੂਪ ਚੰਦਰ ਪਾਂਡੇ, ਠੀਕ ਹੈ ਜੀ। ਸੋ ਨੈਕਸਟ ਆਪਾਂ ਕਰਦੇ ਹਾਂ ਜੀ। ਸੋ ਬਾਕੀ ਜਦੋਂ ਆਪਾਂ ਕਰਾਂਗੇ ਇਹਨੂੰ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਕਰਵਾ ਦੇਵਾਂਗਾ। ਵਾਟ ਇਜ਼ ਦਾ ਨੋਮੀਨਲ ਟਰਮ ਆਫ ਗਵਰਨਰ ਦੇ ਹਾਊਸ ਦੀ? ਗਵਰਨਰ ਦੇ ਹਾਊਸ ਦੀ ਨੋਮੀਨਲ ਟਰਮ ਕਿਹੜੀ ਹੁੰਦਾ? ਮਤਲਬ ਆਮ ਤੌਰ ਦੇ ਉੱਤੇ ਕਾਰਜਕਾਲ ਕਿੰਨਾ ਹੋ ਸਕਦਾ? 5 ਸਾਲ, 2 ਸਾਲ, 3 ਸਾਲ ਜਾਂ 4 ਸਾਲ? ਇਹ ਸਾਰਿਆਂ ਨੂੰ ਪਤਾ ਹੀ ਹੋਊਗਾ 5 ਸਾਲ ਹੁੰਦਾ ਵਾ ਜੀ, ਠੀਕ ਆ। ਵੈਸੇ ਅਗਰ ਆਪਾਂ ਗੱਲ ਕਰੀਏ ਤਾਂ ਫਿਕਸ ਨਹੀਂ ਹੁੰਦਾਗਾ, ਵੈਸੇ ਨਾਰਮਲੀ ਆਮ ਤੌਰ ਦੇ ਉੱਤੇ ਇੰਨਾ ਕਾਰਜਕਾਲ ਹੁੰਦਾ ਵਾ 5 ਸਾਲ। ਵੈਸੇ ਉਹ ਪ੍ਰੈਜ਼ੀਡੈਂਟ ਦੇ ਪਲੇਜ਼ਰ ਦੇ ਨਾਲ ਹੀ ਆਪਣੇ ਅਹੁਦੇ ਨੂੰ ਜਾਰੀ ਰੱਖ ਸਕਦਾ, ਠੀਕ ਆ। ਪ੍ਰੈਜ਼ੀਡੈਂਟ ਨੂੰ ਹਟਾ ਸਕਦਾ ਜਾਂ ਬਦਲੀ ਵੀ ਕਰ ਸਕਦਾ ਹੁੰਦਾ ਕਿਸੇ ਅਹੁਦੇ ਤੇ। ਨੈਕਸਟ ਆਪਾਂ ਗੱਲ ਕਰੀਏ, ਹੁਣ ਤੱਕ ਭਾਰਤ ਦੇ ਰਾਸ਼ਟਰਪਤੀ ਦੀ ਸਰਬਸੰਮਤੀ ਨਾਲ ਚੋਣ ਦੀ ਇੱਕੋ ਇੱਕ ਉਦਾਹਰਨ ਕਿਹੜੀ ਹੈ? ਮੈਂ ਤੁਹਾਨੂੰ ਪਹਿਲਾਂ ਵੀ ਕਰਵਾਇਆ ਹੋਇਆ ਵਾ ਇਹ, ਜਦੋਂ ਆਪਾਂ ਇਹਦਾ ਟੌਪਿਕ ਕੀਤਾ ਸੀ ਨਾ ਪ੍ਰੈਜ਼ੀਡੈਂਟ ਆਫ ਇੰਡੀਆ ਦਾ। ਪੇਪਰ 'ਚ ਇਦਾਂ ਦੇ ਹੀ ਕੁਐਸਚਨ ਬਣਨਗੇ ਤੁਹਾਡੇ। ਰਾਜਿੰਦਰ ਪ੍ਰਸਾਦ, ਡਾਕਟਰ ਰਾਧਾ ਕ੍ਰਿਸ਼ਨਨ, ਡਾਕਟਰ ਜ਼ਾਕਿਰ ਹੁਸੈਨ, ਨੀਲਮਾ ਸੰਜੀਵ ਰੈਡੀ। ਦੱਸੋ ਜੀ। ਸਰਬਸੰਮਤੀ ਮਤਲਬ ਇਹਨਾਂ ਦੇ ਅਗੇਂਸਟ ਕੋਈ ਵੀ ਓਪੋਜੀਸ਼ਨ ਦੇ ਵਿੱਚ ਕੋਈ ਨਹੀਂ ਸੀ, ਠੀਕ ਹੈ ਜੀ। ਦੱਸੋ ਜੀ। ਸੋ ਬਿਲਕੁਲ ਸਹੀ ਜੀ, ਨੀਲਮਾ ਸੰਜੀਵ ਰੈਡੀ ਸੀਗੇ, ਜਿਨ੍ਹਾਂ ਨੂੰ ਕਿ 1977 ਈਸਵੀ ਦੇ ਵਿੱਚ ਅਨਅਪੋਜ਼ ਇਹਨਾਂ ਨੂੰ ਚੁਣ ਲਿਆ ਗਿਆ ਸੀ, ਠੀਕ ਹੈ। ਨੈਕਸਟ ਆਪਾਂ ਗੱਲ ਕਰੀਏ, ਇਹਨਾਂ ਦੇ ਵਿੱਚੋਂ ਕਿਹੜਾ ਇਹਨਾਂ ਦੇ ਵਿੱਚੋਂ ਕਿਹੜਾ ਪੰਜਾਬ ਵਿੱਚ ਅਖਬਾਰਾਂ ਦਾ ਕੇਂਦਰ ਮੰਨਿਆ ਜਾਂਦਾ? ਇਹਦੇ ਲਈ ਤਾਂ ਤੁਹਾਨੂੰ ਆਪਸ਼ਨਸ ਦੱਸਣ ਦੀ ਵੀ ਨਹੀਂ ਲੋੜ ਗੀ। ਜਲੰਧਰ, ਠੀਕ ਹੈ ਜੀ। ਜਲੰਧਰ ਦੇ ਵਿੱਚ ਜ਼ਿਆਦਾਤਰ ਸੈਂਟਰ ਆ ਆਪਣੇ ਨਿਊਜ਼ਪੇਪਰਸ ਦਾ ਜਿਹੜਾ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਏ ਫੀਚਰ ਆਫ ਦਾ ਕਨਸਟੀਟਿਊਸ਼ਨ ਆਫ ਇੰਡੀਆ, ਠੀਕ ਹੈ ਜੀ। ਫੈਡਰਲ, ਡੈਮੋਕ੍ਰੈਟਿਕ, ਰਿਪਬਲਿਕ ਜਾਂ ਪ੍ਰੈਜ਼ੀਡੈਂਟਲ? ਸੋ ਫੀਚਰ ਤਾਂ ਆਪਾਂ ਕੀਤੇ ਹੋਏ ਨੇ, ਠੀਕ ਹੈ। ਫੀਚਰਸ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਮੇਰਾ ਤੁਹਾਨੂੰ ਕਰਵਾਇਆ ਹੋਇਆ ਵਾ, ਜਿਹੜੇ ਸਾਇਲੈਂਟ ਫੀਚਰ ਵੀ ਆਪਣੇ ਕੀਤੇ ਹੋਏ ਨੇ, ਠੀਕ ਹੈ, ਕਨਸਟੀਟਿਊਸ਼ਨ ਆਫ ਇੰਡੀਆ ਦੇ। ਬਿਲਕੁਲ ਜੀ, ਪ੍ਰੈਜ਼ੀਡੈਂਟਲ ਨਹੀਂ ਗਾ ਜੀ, ਰਿਪਬਲਿਕ ਵੀ ਹੈਗਾ, ਡੈਮੋਕ੍ਰੈਟਿਕ ਤਾਂ ਹੈਗਾ ਹੀ ਹੈਗਾ, ਤੇ ਫੈਡਰਲ ਵੀ ਹੈਗਾ। ਨੈਕਸਟ ਆਪਾਂ ਕਰਦੇ ਹਾਂ ਜੀ। ਇਹਨਾਂ ਦੇ ਵਿੱਚੋਂ ਇਹਨਾਂ ਦੇ ਜੋ ਹੂ ਕੰਡਕਟ ਦਾ ਇਲੈਕਸ਼ਨ ਆਫ ਦਾ ਸਪੀਕਰ ਇਨ ਦਾ ਨਿਊਲੀ ਫਾਰਮ ਲੋਕ ਸਭਾ, ਮਤਲਬ ਲੋਕ ਸਭਾ ਦੀ ਮਤਲਬ ਹੋ ਗਈ, ਠੀਕ ਹੈ। ਲੋਕ ਸਭਾ ਬਣ ਗਈ, ਨਵੀਂ ਬਣ ਗਈ, ਠੀਕ ਹੈ। ਚੁਣ ਲਈ, ਲੋਕਾਂ ਨੇ ਚੁਣ ਲਈ, ਤਾਂ ਉਸ ਤੋਂ ਬਾਅਦ ਇਹਦਾ ਸਪੀਕਰ ਦੀ ਨਿਯੁਕਤੀ ਕੌਣ ਕਰਦਾ? ਉਹਨਾਂ ਕਹਿੰਦਾ ਚੋਣ ਕੌਣ ਕਰਵਾਉਂਦਾ ਵਾ? ਦਾ ਪ੍ਰਾਈਮ ਮਿਨਿਸਟਰ, ਦਾ ਪ੍ਰੈਜ਼ੀਡੈਂਟ, ਪ੍ਰੋ ਟਰਮ ਸਪੀਕਰ ਜਾਂ ਆਪਣਾ ਹੋਮ ਮਿਨਿਸਟਰ। ਇਹ ਵੀ ਮੇਰਾ ਤੁਹਾਨੂੰ ਕਰਵਾਇਆ ਹੋਇਆ ਵਾ ਬਹੁਤ ਚੰਗੀ ਤਰ੍ਹਾਂ। ਇਹ ਵੀ ਤੁਹਾਡਾ ਕਿਸੇ ਦਾ ਵੀ ਗਲਤ ਨਹੀਂ ਹੋਣਾ ਚਾਹੀਦਾ। ਪ੍ਰੋ ਟਰਮ ਸਪੀਕਰ ਹੁੰਦਾ, ਠੀਕ ਹੈ ਜੀ, ਇਹ ਕਰਾਉਂਦਾ ਹੁੰਦਾ। ਕੀਤਾ ਹੋਇਆ ਜੀ ਆਪਣਾ ਇਹ, ਠੀਕ ਹੈ। ਆਹ ਦੇਖੋ ਜੀ, ਮੈਂ ਤੁਹਾਨੂੰ ਹੁਣੇ ਰੀਸੈਂਟਲੀ ਇੱਕ ਸਿਨੇਮਾ ਦੀ ਕਲਾਸ ਮੈਂ 1 ਘੰਟੇ ਦੀ YouTube ਦੇ ਉੱਤੇ ਅਪਲੋਡ ਕੀਤੀ ਸੀ, ਜਿਹਦੇ ਵਿੱਚ ਕਿ ਆਪਾਂ ਵਰਲਡ ਸਿਨੇਮਾ, ਇੰਡੀਅਨ ਸਿਨੇਮਾ, ਪੰਜਾਬੀ ਸਿਨੇਮਾ, ਸਾਰਾ ਆਪਾਂ ਜਿਹੜੇ ਸਿਨੇਮਾ ਦੇ ਸਟੈਟਿਕ ਫੈਕਟ ਹੁੰਦੇ ਨੇ, ਕੋਈ ਵੀ ਫੈਕਟ, ਯਾਨੀ ਕਿ ਪਹਿਲੀ ਫਿਲਮ ਕਿਹੜੀ ਸੀ, ਪਹਿਲੀ ਪੰਜਾਬੀ ਫਿਲਮ ਕਿਹੜੀ ਸੀ, ਪਹਿਲੀ ਸਾਇਲੈਂਟ ਫਿਲਮ ਕਿਹੜੀ ਸੀ, ਪਹਿਲੀ ਬੋਲਦੀ ਫਿਲਮ ਕਿਹੜੀ ਸੀ, ਜਿਹਦੇ ਵਿੱਚ ਸਾਊਂਡ ਦਾ ਯੂਜ਼ ਕੀਤਾ ਸੀ, ਸਾਰਾ ਮੈਂ ਡਿਟੇਲ ਦੇ ਵਿੱਚ ਤੁਹਾਨੂੰ 1 ਘੰਟੇ ਦੀ ਵੀਡੀਓ 'ਚ ਕਵਰ ਕੀਤਾ ਹੋਇਆ। PSSB ਦਾ ਸਿਨੇਮਾ ਦੇ ਵਿੱਚੋਂ 1 ਕੁਐਸਚਨ ਜਾਂ 2 ਕੁਐਸਚਨ ਪੱਕੇ ਤੁਹਾਨੂੰ ਦੇਖਣ ਨੂੰ ਮਿਲਣਗੇ ਹੀ ਮਿਲਣਗੇ, ਠੀਕ ਹੈ। ਸਪੈਸ਼ਲ ਉਹਨਾਂ ਦਾ ਸਿਲੇਬਸ ਦੇ ਵਿੱਚ ਵੀ ਮੈਂਸ਼ਨ ਕੀਤਾ ਹੁੰਦਾ। ਸੋ ਕਲਾਸ ਅਗਰ ਤੁਸੀਂ ਨਹੀਂ ਦੇਖੀ, ਉਹ ਜ਼ਰੂਰ ਦੇਖੋ, ਕਿਉਂਕਿ ਉਹ ਸਿੱਧੀ ਤੁਸੀਂ PDF ਪੜ੍ਹੋਗੇ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਮੈਂ ਕੀ ਯਾਦ ਕਰਨਾ ਕਿੰਨਾ ਨਹੀਂ, ਕਿਉਂਕਿ PDF ਉਹਦੀ ਜਿਹੜੀ ਮੇਰੀ ਕਲਾਸ ਤਿਆਰ ਕਰਨ ਨੂੰ ਲਗਭਗ 1 ਦਿਨ ਪੂਰਾ ਲੱਗ ਗਿਆ ਸੀ, ਤੇ 43-44 ਪੇਜ ਹੋ ਜਾਣਗੇ PDF ਦੇ। ਉਹਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗਣਾ ਕਿਹੜੀ ਚੀਜ਼ ਪੜ੍ਹਨੀ ਹੈ, ਕਿਹੜੀ ਛੱਡਣੀ ਹੈ। ਸੋ ਉਹਦੀ ਵੀਡੀਓ ਜ਼ਰੂਰ ਦੇਖਿਓ, ਠੀਕ ਆ। ਬਾਕੀ ਸਬਜੈਕਟ ਦਾ ਤੁਹਾਨੂੰ ਪਤਾ ਲੱਗ ਜਾਂਦਾ ਹੈ, ਬਟ ਇਹਨੂੰ ਜੋ ਵੀ ਅਗਰ ਨਵੇਂ ਸਟੂਡੈਂਟ ਨੇ ਉਹ ਜ਼ਰੂਰ ਖਾਸ ਕਰਕੇ ਉਹ ਇੱਕ ਵਾਰੀ ਵੀਡੀਓ ਜ਼ਰੂਰ ਦੇਖ ਲੈਣ, ਠੀਕ ਆ। ਸੋ ਚਾਹੇ ਫਾਸਟ ਤੇ ਕਰਕੇ ਦੇਖ ਲਿਓ। ਸੋ ਨੈਕਸਟ ਆਪਾਂ ਗੱਲ ਕਰਕੇ ਸੋਨਮ ਬਾਜਵਾ, ਸਰਗੁਣ ਮਹਿਤਾ, ਹਿਮਾਂਸ਼ੀ ਖੁਰਾਨਾ ਜਾਂ ਮੈਂਡੀ। ਸੋ 2020 ਦੇ ਵਿੱਚ ਜਿਹੜਾ PTC ਦਾ ਸਮਾਰੋਹ ਹੋਇਆ ਸੀ ਨਾ, ਫਿਲਮ ਪੁਰਸਕਾਰ, ਉਹ ਸੋਨਮ ਬਾਜਵਾ ਨੂੰ ਦਿੱਤਾ ਸੀ। ਨੈਕਸਟ, ਸੋ ਇਹ ਵੀ ਮੇਰਾ ਤੁਹਾਨੂੰ PTC ਪੰਜਾਬੀ ਦਾ ਵੀ ਮੈਨੂੰ ਸਾਰੇ ਤੁਹਾਨੂੰ ਮੈਂ ਕਰਵਾਤੇ ਸੀਗੇ, ਕਿਹਨੂੰ ਕਿਹੜੇ ਮਿਲੇ ਸੀਗੇ। ਇਫ ਦਾ ਲੋਕ ਸਭਾ ਇਜ਼ ਡਿਸੋਲਵ, ਮੰਨ ਲਓ ਲੋਕ ਸਭਾ ਭੰਗ ਹੋ ਗਈ, ਤਾਂ ਲੋਕ ਸਭਾ 'ਚ ਬਕਾਇਆ ਬਿੱਲਾਂ ਦਾ ਕੀ ਹੁੰਦਾ? ਅਗਲੀ ਵਾਰ ਵਿੱਚ ਨਵੀਂ ਲੋਕ ਸਭਾ ਦਾ ਗਠਨ ਕੀਤਾ ਜਾਂਦਾ ਤੇ ਵਿਚਾਰਿਆ ਕੀਤਾ ਜਾਂਦਾ, ਵਿਚਾਰ ਲਈ ਰਾਜ ਸਭਾ ਨੂੰ ਭੇਜਿਆ ਜਾਂਦਾ, ਰਾਸ਼ਟਰਪਤੀ ਨੂੰ ਉਹਦੀ ਸਹਿਮਤੀ ਲਈ ਭੇਜਿਆ ਜਾਂਦਾ, ਜਾਂ ਲੈਪਸ ਹੋ ਜਾਂਦਾ ਵਾ। ਦੱਸੋ ਜੀ। ਸੋ ਅਗਰ ਆਪਾਂ ਗੱਲ ਕਰੀਏ ਨਾ, ਇਹਦਾ ਆਨਸਰ ਬਣਦਾ ਜੀ ਲੈਪਸ ਹੋ ਜਾਂਦਾ ਹੈ, ਠੀਕ ਹੈ ਜੀ। ਮੰਨ ਲਓ ਲੋਕ ਸਭਾ ਦਾ ਡਿਸੋਲਵ ਹੋ ਗਈ, ਤਾਂ ਪੈਂਡਿੰਗ ਬਿੱਲ ਜਿਹੜੇ ਹੁੰਦੇ ਲੋਕ ਸਭਾ ਦੇ ਲੈਪਸ ਹੋ ਜਾਂਦੇ ਨੇ। ਨੈਕਸਟ, ਸੋ ਆਪਾਂ ਪਾਰਲੀਮੈਂਟ ਦੇ ਵਿੱਚ ਕੀਤਾ ਹੋਇਆ ਜੀ। ਹੂ ਅਪਾਇੰਟ ਦਾ ਚੇਅਰਮੈਨ ਆਫ ਦਾ ਹਿਊਮਨ ਰਾਈਟ ਕਮਿਸ਼ਨ। ਹਿਊਮਨ ਰਾਈਟ ਕਮਿਸ਼ਨ ਦੇ ਆਪਣੇ ਚੇਅਰਮੈਨ ਨੂੰ ਕੌਣ ਅਪਾਇੰਟ ਕਰਦਾ? ਪ੍ਰਾਈਮ ਮਿਨਿਸਟਰ, ਦਾ ਹੋਮ ਮਿਨਿਸਟਰ, ਦਾ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ? ਦੱਸੋ ਜੀ। ਸੋ ਹਿਊਮਨ ਰਾਈਟ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੂੰ ਕੌਣ ਅਪਾਇੰਟ ਕਰਦਾ ਜੀ? ਪ੍ਰੈਜ਼ੀਡੈਂਟ ਅਪਾਇੰਟ ਕਰਦਾ ਵਾ, ਠੀਕ ਹੈ ਜੀ। ਨੈਕਸਟ ਆਪਾਂ ਕਰਦੇ ਹਾਂ। ਦੱਸੋ ਜੀ, ਕਿਹੜੇ ਸਾਲ ਦੇ ਵਿੱਚ ਪਾਣੀਪਤ ਦੀ ਤੀਜੀ ਲੜਾਈ ਲੜੀ ਗਈ ਸੀ? ਬਹੁਤ ਸੌਖਾ ਕੁਐਸਚਨ ਹੈ, ਇਸ ਤੋਂ ਸੌਖਾ ਕੁਐਸਚਨ ਆ ਹੀ ਨਹੀਂ ਸਕਦਾ। 1762, 63, 61 ਜਾਂ 69 'ਚ? ਦੱਸੋ ਜੀ। ਬਿਲਕੁਲ ਸਹੀ ਜੀ, ਇਹਦਾ 1761 ਦੇ ਵਿੱਚ ਪਾਣੀਪਤ ਦੀ ਤੀਜੀ ਲੜਾਈ ਲੜੀ ਗਈ ਸੀ। ਜੇਕਰ ਆਪਾਂ ਗੱਲ ਕਰੀਏ ਤਾਂ ਇਹ ਲੜਾਈਆਂ ਮੇਰੀਆਂ ਤੁਹਾਨੂੰ ਕਰਵਾਈਆਂ ਹੋਈਆਂ ਨੇ। ਜੇਕਰ ਪੰਜਾਬ GK ਦੀ ਤੁਸੀਂ ਕਲਾਸ ਦੇਖੋਗੇ ਨਾ, ਉਹਦੇ ਵਿੱਚ ਮੇਰਾ ਕਰਵਾਇਆ ਹੋਇਆ ਵਾ ਤੁਹਾਨੂੰ ਕਿ ਪਹਿਲੀ ਕਦੋਂ ਹੋਈ ਸੀ,
ਦੂਜੀ ਕਦੋਂ ਹੋਈ ਸੀ ਤੇ ਤੀਜੀ ਕਦੋਂ ਹੋਈ ਸੀਗੀ, ਠੀਕ ਆ। ਸੋ ਪੰਜਾਬ ਜੀਕੇ ਦੀ ਕਲਾਸ ਦੇਖੋ ਮੇਰਾ ਉਹਦੇ ਵਿੱਚ ਹੀ ਕਵਰ ਕਰਾਇਆ ਹੋਇਆ। ਵੈਸੇ ਐਕਚੁਅਲ ਦੇ ਵਿੱਚ ਮੈਂ ਇਹਨੂੰ ਮੁਗਲ ਕਾਲ ਵੀ ਜਦੋਂ ਮੈਂ ਕਰਵਾਉਂਗਾ ਨਾ, ਜਾਂ ਉਸ ਤੋਂ ਬਾਅਦ ਵਾਲਾ ਥੋੜਾ ਬਹੁਤ ਅਗਰ ਪੈਂਡਿੰਗ ਪਿਆ ਵਾ ਉਹਦੇ ਵਿੱਚ ਮੈਂ ਤੁਹਾਨੂੰ ਕਵਰ ਕਰਵਾ ਦੂੰਗਾ, ਠੀਕ ਆ ਜੀ। ਵੈਸੇ ਮੇਰਾ ਕਰਵਾਇਆ ਹੋਇਆ, ਜਿਹੜੇ ਬੇਸਿਕ ਕੁਐਸਚਨ ਇਹ ਚੋਂ ਬਣਦੇ ਨੇ ਉਹ ਸਾਰੇ ਤੁਹਾਡੇ ਉਹਦੇ ਵਿੱਚੋਂ ਹੀ ਕਵਰ ਹੋ ਜਾਣਗੇ, ਜ਼ਿਆਦਾ ਆਪਾਂ ਨੂੰ ਡਿਟੇਲ ਦੇ ਵਿੱਚ ਪੜ੍ਹਨ ਦੀ ਵੀ ਨਹੀਂ ਲੋੜ ਪਏਗੀ, ਠੀਕ ਆ। ਸੋ ਇਹ ਹੋਇਆ ਸੀ ਜੀ ਅਹਿਮਦ ਸ਼ਾਹ ਦੁਰਾਨੀ, ਜਿਹੜਾ ਸੀ ਅਹਿਮਦ ਸ਼ਾਹ ਅਬਦਾਲੀ, ਦੁਰਾਨੀ ਅੰਪਾਇਰ ਤੇ ਅਹਿਮਦ ਸ਼ਾਹ ਦੁਰਾਨੀ ਜਾਂ ਅਬਦਾਲੀ ਵੀ ਕਹਿ ਦਿੰਦੇ ਆ, ਠੀਕ ਆ ਆਪਾਂ ਨੂੰ। ਅਹਿਮਦ ਸ਼ਾਹ ਅਬਦਾਲੀ ਤੇ ਮਰਾਠਾ ਅੰਪਾਇਰ ਦੇ ਵਿੱਚ ਇਹ ਯੁੱਧ ਹੋਇਆ ਸੀ, ਠੀਕ ਆ ਜੀ। ਸੋ 1761 ਦੇ ਵਿੱਚ ਹੋਇਆ ਸੀਗਾ। ਨੈਕਸਟ ਆਪਾਂ ਸ਼ੁਰੂ ਕਰਦੇ ਹਾਂ ਜੀ 110 ਨੰਬਰ, ਸਿਰਫ 10 ਕੁਐਸਚਨ ਬਚੇ ਹੋਏ ਨੇ ਆਪਣੇ। ਇਹਨਾਂ ਦੇ ਵਿੱਚੋਂ ਦੇਸ਼ ਆਜ਼ਾਦੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ ਪਹਿਲਾ ਸਪੀਕਰ ਕੌਣ ਸੀ? ਪ੍ਰਕਾਸ਼ ਸਿੰਘ ਬਾਦਲ, ਕਪੂਰ ਸਿੰਘ, ਰਾਮ ਸਿੰਘ ਜਾਂ ਗਿਆਨੀ ਜੈਲ ਸਿੰਘ? ਦੇਖੋ ਇਹ ਵਾਲਾ ਕੁਐਸਚਨ ਮੈਂ ਤੁਹਾਨੂੰ ਆਲਰੇਡੀ ਉਹਦੇ ਵਿੱਚ ਕਰਵਾਇਆ ਸੀ, ਜਦੋਂ ਆਪਾਂ, ਜੇਕਰ ਕਿਸੇ ਨੇ ਮੇਰੀ ਥਿਊਰੀ ਦੀ ਕਲਾਸ ਦੇਖੀ ਹੋਏਗੀ, ਠੀਕ ਆ ਜੀ, ਆਪਣੀ ਪੰਜਾਬ ਦੀ ਜੋ ਸਟੇਟ ਲੈਜਿਸਲੇਚਰ ਦੀ ਕਲਾਸ ਦੇਖੀ ਹੋਏਗੀ, ਉਹਦੇ ਵਿੱਚ ਮੈਂ ਤੁਹਾਨੂੰ ਕੁਐਸਚਨ ਪੁੱਟ ਕੀਤਾ ਸੀ ਕਿ ਪੇਪਰ 'ਚ ਇਹ ਰਿਪੀਟ ਹੁੰਦਾ ਵਾ, ਇਹਦਾ ਕਮੈਂਟ ਬਾਕਸ 'ਚ ਆਨਸਰ ਦੇਣਾ। ਤੇ ਕੁਝ ਕੈਂਡੀਡੇਟ ਨੇ, ਬਹੁਤ ਵਧੀਆ ਸਟੂਡੈਂਟ ਨੇ ਆਨਸਰ ਦਿੱਤੇ ਵੀ ਸੀ, ਠੀਕ ਆ। ਅਗਰ ਨਹੀਂ ਵੀ ਤੁਹਾਨੂੰ ਪਤਾ ਸੀਗਾ ਤਾਂ ਵੀ ਤੁਹਾਨੂੰ ਉਹ ਚੀਜ਼ ਤੁਹਾਨੂੰ ਕਦੇ ਨਹੀਂ ਭੁੱਲੇਗੀ। ਇਸ ਟਾਈਮ ਤੋਂ ਤੇ ਮੈਂ ਤੁਹਾਨੂੰ ਬੋਲ ਦੇਵਾਂਗਾ, ਉਹ ਚੀਜ਼ ਸ਼ਾਇਦ ਤੁਹਾਨੂੰ ਕਿਤੇ ਜਾ ਕੇ ਭੁੱਲ ਜਾਵੇ, ਪਰ ਜਿਹੜੀ ਚੀਜ਼ ਤੁਸੀਂ ਆਪ ਸਰਚ ਕਰ ਲਈ ਨਾ, ਜਿਹੜੀ ਚੀਜ਼ ਮੈਂ ਤੁਹਾਨੂੰ ਪੁੱਛ ਲਈ, ਜਿਹੜੀ ਚੀਜ਼ ਮੈਂ ਤੁਹਾਨੂੰ ਕਹਿੰਦਾ ਉਹਨਾਂ ਤੇ ਕਿ ਇਹਦਾ ਤੁਸੀਂ ਕਮੈਂਟ ਬਾਕਸ 'ਚ ਆਨਸਰ ਦਿਓ, ਉਹ ਜ਼ਰੂਰ ਦਿਆ ਕਰੋ, ਕਿਉਂਕਿ ਉਹਦੇ ਲਈ ਤੁਸੀਂ ਖੁਦ ਸਰਚ ਕਰੋਗੇ। ਜਦੋਂ ਤੁਸੀਂ ਸਰਚ ਮਾਰੋਗੇ ਤਾਂ ਉਹ ਚੀਜ਼ ਤੁਹਾਨੂੰ ਕਦੇ ਵੀ ਨਹੀਂ ਭੁੱਲੂਗੀ ਪੇਪਰ ਦੇ ਵਿੱਚ। ਸੋ ਮੈਂ ਜਾਣਬੁੱਝ ਕੇ ਕਹਿੰਦਾ ਹੁੰਦਾ ਕਿ ਉਹ ਚੀਜ਼ ਤੁਸੀਂ ਸੋਚਣੀ ਆ, ਕਿਉਂਕਿ ਜਦੋਂ ਤੁਸੀਂ ਸਰਚ ਕਰੋਗੇ ਤਾਂ ਨਾਲ ਤੁਸੀਂ 1-2 ਫੈਕਟ ਹੋਰ ਵੀ ਨਾਲ ਖੁਦ ਯਾਦ ਕਰੋਗੇ। ਕਪੂਰ ਸਿੰਘ, ਠੀਕ ਹੈ ਜੀ, ਕਪੂਰ ਸਿੰਘ ਆਪਣੇ ਪੰਜਾਬ ਵਿਧਾਨ ਸਭਾ ਦਾ ਪਹਿਲਾ ਸਪੀਕਰ ਸੀ ਆਜ਼ਾਦੀ ਤੋਂ ਬਾਅਦ ਦੀ, ਅਗਰ ਆਪਾਂ ਗੱਲ ਕਰੀਏ। A retired high court judge he cannot practice in Supreme Court, can practice in same high court from where and here she is retired, can practice other high court, cannot practice at all। ਸਹੀ ਦੱਸਣਾ ਜੀ ਇਹਦਾ ਕਿਹੜਾ ਬਣਦਾ ਵਾ ਜੀ। ਸੋ ਅਗਰ ਆਪਾਂ ਗੱਲ ਕਰੀਏ ਤਾਂ ਹੋਰ ਉੱਚ ਅਦਾਲਤਾਂ ਜਿਹੜੀਆਂ ਹੁੰਦੀਆਂ ਨੇ, ਠੀਕ ਆ, ਉੱਥੇ ਇਹ ਅਭਿਆਸ ਕਰ ਸਕਦਾ ਹੁੰਦਾ ਵਾ, ਠੀਕ ਆ। ਇਹ ਰਿਟਾਇਰਡ ਹਾਈ ਕੋਰਟ ਜੱਜ ਜਿਹੜਾ, ਹਾਂ, ਹਾਈ ਕੋਰਟ ਦੇ ਜੇ ਪੇਪਰ ਦੇ ਵਿੱਚ ਇੱਕ ਹੋਰ ਕੁਐਸਚਨ ਆਉਂਦਾ, ਹਾਈ ਕੋਰਟ ਦੇ ਜੱਜ ਦੀ ਜਿਹੜੀ ਰਿਟਾਇਰਮੈਂਟ ਏਜ ਕਿੰਨੀ ਆ? 62 ਸਾਲ ਹੁੰਦੀ ਆ। ਸੁਪਰੀਮ ਕੋਰਟ ਦੇ ਜੱਜ ਦੀ ਰਿਟਾਇਰਮੈਂਟ ਏਜ ਕਿੰਨੀ ਹੁੰਦੀ ਆ? 65 ਸਾਲ। ਇਹ ਯਾਦ ਕਰ ਲਓ, ਪੇਪਰ 'ਚ ਰਿਪੀਟ ਹੁੰਦੇ ਨੇ ਕੁਐਸਚਨ ਇਹ। ਮੇਰਾ ਤੁਹਾਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਕਲਾਸ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਕਰਵਾਇਆ ਹੋਇਆ ਵਾ। ਹੂ ਵਾਜ਼ ਦਾ ਫਸਟ ਚੇਅਰਮੈਨ ਆਫ ਰਾਜ ਸਭਾ? ਐਸ ਰਾਧਾ ਕ੍ਰਿਸ਼ਨਨ, ਵਾਇਲਟ ਆਲਵਾ ਜਾਂ ਐਮ ਜੈਕਬ, ਜੀ.ਵੀ. ਮਾਵਲੰਕਰ? ਫਸਟ ਚੇਅਰਮੈਨ ਪੁੱਛ ਲਿਆ ਰਾਜ ਸਭਾ। ਦੇਖੋ ਤੁਹਾਨੂੰ ਉਹਨਾਂ ਨੇ ਕਨਫਿਊਜ਼ ਕਰਕੇ ਕਿਸ ਤਰ੍ਹਾਂ ਘੁਮਾ ਕੇ ਕੁਐਸਚਨ ਪੁੱਛਿਆ। ਹੁਣ ਜਿਹਨੂੰ ਤਾਂ ਇਹ ਚੀਜ਼ ਪਤਾ ਹੋਏਗੀ ਉਹ ਆਰਾਮ ਨਾਲ ਬਿਲਕੁਲ ਸਹੀ ਲਾਏਗਾ। ਇਹ ਤੁਹਾਨੂੰ ਮੈਂ ਕਰਵਾਇਆ ਵੀ ਹੋਇਆ ਬਹੁਤ ਚੰਗੇ, ਤੁਹਾਨੂੰ ਮੈਂ ਸਪੈਸ਼ਲ ਕਹਿ ਕੇ ਕਰਵਾਇਆ ਹੋਇਆ ਕਿ ਪੇਪਰ ਦੇ ਵਿੱਚ ਐਗਜ਼ਾਮੀਨਰ ਤੁਹਾਨੂੰ ਕਨਫਿਊਜ਼ ਕਰਨ ਲਈ ਕਈ ਵਾਰ ਬਿਲਕੁਲ ਈਜ਼ੀ ਕੁਐਸਚਨ ਨਹੀਂ ਪੁੱਛੇਗਾ। ਵੈਸੇ ਐਕਚੁਅਲ ਦੇ ਵਿੱਚ ਉਹ ਈਜ਼ੀ ਹੀ ਹੁੰਦਾ, ਉਹਨੂੰ ਥੋੜਾ ਜਿਹਾ ਘੁਮਾ ਕੇ ਪੁੱਛੂਗਾ। ਫਸਟ ਚੇਅਰਮੈਨ ਕੌਣ ਸੀ ਜੀ? ਐਸ ਰਾਧਾ ਕ੍ਰਿਸ਼ਨਨ। ਹੁਣ ਜੀ ਐਸ ਰਾਧਾ ਕ੍ਰਿਸ਼ਨਨ ਕਿਉਂ ਸੀ? ਦੇਖੋ ਐਸ ਰਾਧਾ ਕ੍ਰਿਸ਼ਨਨ ਜਿਹੜੇ ਸੀਗੇ ਇਹ ਵਾਈਸ ਪ੍ਰੈਜ਼ੀਡੈਂਟ ਸੀ ਆਪਣੇ, ਪਹਿਲੇ ਸਾਰਿਆਂ ਨੂੰ ਪਤਾ ਤੁਹਾਨੂੰ, ਠੀਕ ਆ, ਪਹਿਲੇ ਵੀਪੀ ਆ ਇਹ, ਠੀਕ ਆ, ਫਸਟ ਵੀਪੀ ਆ। ਤਾਂ ਆਪਾਂ ਇੱਕ ਚੀਜ਼ ਟਰਮ ਮੈਂ ਬਾਰ-ਬਾਰ ਤੁਹਾਨੂੰ ਕਰਵਾਉਣਾ ਮੈਂ ਕਿ ਜਿਹੜਾ ਆਪਣਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਵਾ ਉਹ ਐਕਸ ਅਫੀਸ਼ੀਓ ਚੇਅਰਮੈਨ ਹੁੰਦਾ ਵਾ, ਆਪਣਾ ਆਪਣੇ ਆਪ ਚੇਅਰਮੈਨ ਬਣ ਜਾਂਦਾ ਵਾ ਉਹ ਰਾਜ ਸਭਾ ਦਾ। ਸੋ ਪਹਿਲਾ ਚੇਅਰਮੈਨ ਕੌਣ ਹੋਇਆ ਉਹ ਹੈ। ਸੋ ਇਹਨਾਂ ਨੇ ਥੋੜਾ ਜਿਹਾ ਕਨਫਿਊਜ਼ ਕਰਨ ਤੁਹਾਨੂੰ ਇਸ ਤਰ੍ਹਾਂ ਪੁੱਛ ਲਿਆ, ਠੀਕ ਆ। ਸੋ ਵੈਸੇ ਉਹ ਨਾਰਮਲੀ ਜਨਰਲੀ ਪੇਪਰ ਦੇ ਵਿੱਚ ਕੀ ਪੁੱਛਦੇ ਨੇ ਕਿ ਜਿਹੜਾ ਆਪਣਾ ਐਕਸ ਅਫੀਸ਼ੀਓ ਚੇਅਰਮੈਨ ਕੌਣ ਹੁੰਦਾ ਵਾ, ਠੀਕ ਆ, ਰਾਜ ਸਭਾ ਦਾ, ਇਹ ਪੁੱਛ ਲੈਂਦੇ ਨੇ ਉਹ। ਸੋ ਇਹਨਾਂ ਨੇ ਘੁਮਾ ਕੇ ਕੁਐਸਚਨ ਪੁੱਛ ਲਿਆ, ਠੀਕ ਹੈ ਜੀ। ਸੋ ਐਸ ਰਾਧਾ ਕ੍ਰਿਸ਼ਨਨ ਚੇਅਰਮੈਨ ਸੀਗੇ ਪਹਿਲੇ। ਨੈਕਸਟ, ਏਮ ਆਫ ਦਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਇਨ ਇੰਡੀਅਨ ਕਨਸਟੀਟਿਊਸ਼ਨ? ਮਤਲਬ ਦੇਖੋ ਡੀਪੀਐਸਪੀ 'ਚੋਂ ਫੇਰ ਕੁਐਸਚਨ ਆ ਗਿਆ, ਦੂਜਾ ਜਾਂ ਤੀਜਾ ਕੁਐਸਚਨ ਆ ਸੇਮ ਇੱਕ ਪੇਪਰ ਦੇ ਵਿੱਚ, ਕਿ ਭਾਰਤੀ ਰਾਜਨੀਤੀ ਵਿੱਚ ਨਿਰਦੇਸ਼ਕ ਸਿਧਾਂਤ ਦਾ ਉਦੇਸ਼ ਕੀ ਆ? ਵੈਲਫੇਅਰ ਸਟੇਟ, ਸੈਕੂਲਰ ਸਟੇਟ, ਰਿਲੀਜੀਅਨ ਸਟੇਟ ਜਾਂ ਆਪਣਾ ਇੰਡਸਟਰੀਅਲ ਸਟੇਟ? ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ ਡੀਪੀਐਸਪੀ। ਹੁਣ ਮੈਂ ਤੁਹਾਨੂੰ ਇਹਦੇ ਬਾਰੇ ਬਿਲਕੁਲ ਵੀ ਐਕਸਪਲੇਨ ਨਹੀਂ ਕਰੂੰਗਾ, ਕਿਉਂਕਿ ਮੈਂ ਇਹ ਜਿੰਨੀ ਵਾਰ ਵੀ ਇਹਦੇ ਵਿੱਚ ਰਿਪੀਟ ਹੋਇਆ ਮੈਂ ਤੁਹਾਨੂੰ ਇਹਦੇ ਆਰਟੀਕਲ ਵੀ ਐਕਸਪਲੇਨ ਕਰਦਾ ਰਿਹਾ, ਮੈਂ ਨਾਲ ਹੀ ਤੁਹਾਨੂੰ ਮੈਂ ਇਹਦਾ ਸਾਰਾ ਕੁਝ ਐਕਸਪਲੇਨ ਕਰਦਾ। ਸੋ ਵੈਲਫੇਅਰ ਸਟੇਟ ਆ ਜੀ, ਠੀਕ ਹੈ ਜੀ। ਨੈਕਸਟ ਆਪਾਂ ਕਰਦੇ ਹਾਂ ਜੀ, ਹੂ ਅਮੰਗ ਦਾ ਫੋਲੋਇੰਗ ਵਾਜ਼ ਦਾ ਗਵਰਨਰ? ਇਹਨਾਂ ਦੇ ਵਿੱਚੋਂ ਉਹਨਾਂ ਨੇ ਪੁੱਛਿਆ ਹੋਇਆ ਵਾ ਜੀ ਕਿ ਕਿਹੜਾ ਵਾ ਜਿਹੜਾ ਕਿ ਗਵਰਨਰ ਜਨਰਲ ਆਫ ਇੰਡੀਆ ਵਾ ਜਦੋਂ ਪਹਿਲੀ ਲੜਾਈ ਲੜੀ ਗਈ ਸੀ ਇੰਡੀਪੈਂਡੈਂਸ ਦੀ, ਭਾਰਤ ਦੀ ਆਜ਼ਾਦੀ ਦੀ ਪਹਿਲੀ, ਮਤਲਬ ਕਿ 1857 ਦਾ ਉਹਨਾਂ ਨੇ ਪੁੱਛ ਲਿਆ ਕਿ ਉਸ ਟਾਈਮ ਦੇ ਉੱਤੇ ਗਵਰਨਰ ਜਨਰਲ ਕੌਣ ਸੀ, ਠੀਕ ਆ ਜੀ। ਇਹ ਆਖਰੀ ਗਵਰਨਰ ਜਨਰਲ ਸੀਗਾ ਆਪਣਾ ਭਾਰਤ ਦਾ, ਠੀਕ ਆ ਜੀ। ਸੋ ਉਸ ਤੋਂ ਬਾਅਦ ਇਹ ਪੋਸਟ ਦਾ ਨਾਮ ਕੀ ਰੱਖਦਾ ਸੀ? ਵਾਈਸ ਰॉय। ਸੋ ਤੁਹਾਡਾ ਸਾਰਿਆਂ ਦਾ ਇਹ ਆਰਾਮ ਦੇ ਨਾਲ ਕਲੀਅਰ ਹੁੰਦਾ ਵਾ। ਸੋ ਦੱਸ ਹੀ ਦਿੱਤਾ ਮੈਂ ਤੁਹਾਨੂੰ, ਠੀਕ ਆ। ਲਾਰਡ ਕਾਰਨਵਾਲਿਸ ਸੀ, ਲਾਰਡ ਕੈਨਿੰਗ ਸੀ, ਲਾਰਡ ਹਾਰਡਿੰਗ ਸੀ ਜਾਂ ਲਾਰਡ ਹੈਸਟਿੰਗ? ਲਾਰਡ ਕੈਨਿੰਗ ਸੀ, ਠੀਕ ਆ। ਇਹੀ ਆਪਣਾ ਪਹਿਲਾ ਵਾਈਸ ਰॉय ਸੀਗਾ। तो उस टाइम के जो 1857 का युद्ध चल रहा है, लड़ाई चल रही है, विद्रोह चल रहा है उस टाइम के उत्ते, उस टाइम के 1857 के विद्रोह के टाइम के उत्ते लॉर्ड कैनिंग भारत का गवर्नर जनरल से। उस तो बाद इसकी पोस्ट का नाम चेंज करके 1858 के रखता है वाइस रॉय। नैक्सट द यूनियन एग्जीक्यूटिव ऑफ इंडिया, यूनियन एग्जीक्यूटिव के कौन कौन शामिल होंगे ने? सो ये कई बार ना वो सारा नहीं देंगे, सिर्फ वो कुछ दे देंगे तो बाकी थोड़ा ऑप्शन के कन्फ्यूज करेंगे। प्रेजिडेंट, वाइस प्रेजिडेंट, कौंसल ऑफ मिनिस्टर, प्रेजिडेंट द कौंसल ऑफ मिनिस्टर, सिर्फ
ਠੀਕ ਹੈ ਜੀ, ਸਿਰਫ ਜ਼ਰੂਰ ਪੜ੍ਹ ਲਿਆ ਕਰੋ। ਦਾ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਐਂਡ ਦਾ ਕਾਉਂਸਲ ਆਫ ਮਿਨਿਸਟਰ ਦੇ ਲੋਕ ਸਭਾ ਦਾ ਸਪੀਕਰ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਡੈਪੂਟੀ ਚੇਅਰਮੈਨ ਆਫ ਦਾ ਰਾਜ ਸਭਾ ਐਂਡ ਲੋਕ ਸਭਾ ਸਪੀਕਰ। ਜੇਕਰ ਤੁਸੀਂ ਯੂਨੀਅਨ ਐਗਜ਼ੀਕਿਊਟਿਵ ਆਪਣੀ ਕਲਾਸ ਦੇਖੀ ਹੋਈ ਆ ਤਾਂ ਹੀ ਤੁਹਾਨੂੰ ਇਹ ਕੁਐਸਚਨ ਤੁਸੀਂ ਕਰ ਸਕੋਗੇ, ਅਦਰਵਾਈਜ਼ ਨਹੀਂ ਹੋਣਾਗਾ ਤੁਹਾਡੇ ਤੋਂ, ਜਿਹਨੇ ਨਹੀਂ ਕੀਤੀ ਹੋਏਗੀ ਇਹ ਕਲਾਸ ਆਪਣੀ ਵੀ ਨਹੀਂ ਕੀਤੀ। ਅਗਰ ਇਹਨਾਂ ਨੇ ਚੰਗੀ ਤਰ੍ਹਾਂ ਕਿਸੇ ਨੇ ਯੂਨੀਅਨ ਐਗਜ਼ੀਕਿਊਟਿਵ ਪੜ੍ਹਿਆ ਵੀ ਨਹੀਂਗਾ ਤਾਂ ਵੀ ਨਹੀਂ ਹੋਣਾਗਾ, ਠੀਕ ਹੈ ਜੀ ਤੁਹਾਨੂੰ। ਸੋ ਇਹਦੇ ਵਿੱਚ ਕੌਣ ਹੁੰਦੇ ਆ ਯੂਨੀਅਨ ਐਗਜ਼ੀਕਿਊਟਿਵ ਦੇ ਵਿੱਚ? ਮੇਨ ਜਿਹੜੇ ਹੁੰਦੇ ਨੇ ਪ੍ਰੈਜ਼ੀਡੈਂਟ ਹੁੰਦਾ, ਵਾਈਸ ਪ੍ਰੈਜ਼ੀਡੈਂਟ ਹੁੰਦਾ ਤੇ ਕਾਉਂਸਲ ਆਫ ਮਿਨਿਸਟਰ ਹੁੰਦਾ। ਜਿਹੜਾ ਕਾਉਂਸਲ ਆਫ ਮਿਨਿਸਟਰ ਹੁੰਦੇ ਆ ਇਹਦਾ ਹੈੱਡ ਕੌਣ ਹੁੰਦਾ? ਪ੍ਰਾਈਮ ਮਿਨਿਸਟਰ ਹੁੰਦਾ ਜੀ, ਠੀਕ ਹੈ ਜੀ। ਸੋ ਬਿਲਕੁਲ ਸਹੀ ਜੀ। ਨੈਕਸਟ ਆਪਾਂ ਕਰਦੇ ਹਾਂ। ਜਦੋਂ ਇੱਕ ਸਪੀਕਰ ਹੁੰਦਾ ਜਿਹੜਾ ਸਟੇਟ ਅਸੈਂਬਲੀ ਦੇ ਵਿੱਚ ਕੈਨ ਬੀ ਰਿਮੂਵਡ ਫਰੋਮ ਦਾ ਆਫਿਸ, ਵਿਧਾਨ ਸਭਾ ਦੇ ਸਪੀਕਰ ਨੂੰ ਅਹੁਦੇ ਤੋਂ ਕਦੋਂ ਹਟਾਇਆ ਜਾ ਸਕਦਾ? ਅਸੈਂਬਲੀ ਦੇ ਵਿੱਚ ਕੋਈ ਮਤਾ ਪਾਸ ਕਰਕੇ, ਰੀਕਮੈਂਡ ਜਦੋਂ ਪ੍ਰਾਈਮ ਮਿਨਿਸਟਰ ਰੀਕਮੈਂਡ ਕਰੂਗਾ ਉਦੋਂ, ਔਨ ਦੀ ਰਿਕਮੈਂਡੇਸ਼ਨ ਆਫ ਦਾ ਗਵਰਨਰ, ਔਨ ਦੀ ਰਿਕਮੈਂਡੇਸ਼ਨ ਆਫ ਦਾ ਹੋਮ ਮਿਨਿਸਟਰ। ਸਿਰਫ ਸਟੇਟ ਅਸੈਂਬਲੀ ਦੇ ਸਪੀਕਰ ਦੀ ਗੱਲ ਹੋ ਰਹੀ ਆ, ਠੀਕ ਹੈ ਜੀ। ਸੋ ਇਹ ਤਾਂ ਸੌਖਾ ਕੁਐਸਚਨ ਹੀ ਬਣਦਾ ਭਾਜੀ, ਜਦੋਂ ਪਾਸ ਹੋਊਗਾ ਨਾ ਇੱਕ ਰੈਜ਼ੋਲੂਸ਼ਨ ਪਾਸ ਕਰਨਗੇ ਉਹ ਅਸੈਂਬਲੀ ਦੇ ਵਿੱਚ ਤਾਂ ਉਹ ਆਪਣੇ ਵਿੱਚੋਂ ਹੀ ਹਟਾ ਦੇਣਗੇ ਬਾਅਦ ਚੋਂ, ਠੀਕ ਆ। ਹੂ ਅਮੰਗ ਦਾ ਫੋਲੋਇੰਗ, ਦੇਖੋ ਜੀ ਆਹ ਮਹਾਤਮਾ ਗਾਂਧੀ ਦੀ ਜੀਵਨੀ ਦੇ ਉੱਤੇ ਆ ਗਿਆ। ਕਹਿੰਦੇ ਜੀ ਮਹਾਤਮਾ ਗਾਂਧੀ ਨੂੰ ਜਦੋਂ ਹੇਠ ਲਿਖਿਆਂ ਵਿੱਚੋਂ ਕਿਹੜੇ ਸੱਤਿਆਗ੍ਰਹਿ ਦੀ ਅਗਵਾਈ ਮਤਲਬ ਮਹਾਤਮਾ ਗਾਂਧੀ ਦੇ ਗ੍ਰਿਫਤਾਰੀ ਤੋਂ ਬਾਅਦ ਕਿਸ ਨੇ ਸੰਭਾਲੀ ਸੀ? ਇਹ ਗੱਲ ਹੋ ਰਹੀ ਆ ਜੀ 1930 ਦੀ ਗੱਲ ਹੋ ਰਹੀ ਆ ਜੀ। ਇਹ ਅਬਾਸ ਤਿਆਬ ਜੀ, ਆਪਣਾ ਪੰਡਿਤ ਜਵਾਹਰ ਲਾਲ ਨਹਿਰੂ, ਵਿਨੋਦ ਭਾਵੇ ਜਾਂ ਮੁਹੰਮਦ ਅਲੀ ਜਿਨਾ, ਇਹਨਾਂ ਦੇ ਵਿੱਚੋਂ ਕਿਹਨੇ ਸੰਭਾਲੀ ਸੀ ਲੀਡਰਸ਼ਿਪ ਸੱਤਿਆਗ੍ਰਹਿ ਦੀ? ਸੋ ਇਹ ਸੰਭਾਲੀ ਸੀ ਅਬਾਸ ਤਿਆਬ ਜੀ ਨੇ, ਠੀਕ ਹੈ। ਕਿਉਂਕਿ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਜਦੋਂ ਮਹਾਤਮਾ ਗਾਂਧੀ ਨੂੰ ਅਰੈਸਟ ਕਰ ਲਿਆ ਸੀ, ਠੀਕ ਹੈ, ਇਹਨਾਂ ਨੇ ਨਮਕ ਦਾ ਕਾਨੂੰਨ ਤੋੜਿਆ ਸੀ 1930 ਦੇ ਵਿੱਚ, ਆਪਾਂ ਕੀਤਾ ਹੋਇਆ ਵਾ, ਠੀਕ ਹੈ। ਸਿਵਲ ਡਿਸਓਬੀਡੈਂਟ ਮੂਵਮੈਂਟ ਜਿਹੜੀ ਹੋਈ ਸੀਗੀ, ਠੀਕ ਹੈ, ਉਸ ਟਾਈਮ ਦੇ ਉੱਤੇ। ਇੱਕ ਤੁਸੀਂ ਕੁਐਸਚਨ ਦਾ ਆਨਸਰ ਦੇਣਾ ਕਿ ਕਿੰਨੀ ਤਰੀਕ ਨੂੰ ਤੇ ਕਿਹੜੇ ਸਾਲ ਦੇ ਵਿੱਚ ਗਾਂਧੀ ਜੀ ਨੇ ਨਮਕ ਦਾ ਕਾਨੂੰਨ ਤੋੜਿਆ ਸੀ। ਪੇਪਰ ਦੇ ਵਿੱਚ ਇਹ ਵੀ ਕੁਐਸਚਨ ਬਣਦਾ ਵਾ, ਠੀਕ ਆ, ਦੱਸਣਾ ਜੀ ਤੁਸੀਂ। ਸੋ ਕਰਵਾਇਆ ਹੋਇਆ ਮੇਰਾ ਬਹੁਤ ਚੰਗੀ ਤਰ੍ਹਾਂ। ਸੋ ਅਬਾਸ ਤਿਆਬ ਜੀ ਬਾਰੇ ਆਪਾਂ ਥੋੜਾ ਜਿਹਾ ਜ਼ਿਕਰ ਕਰ ਲੈਂਦੇ ਹਾਂ ਕਿ ਇਹਨਾਂ ਨੂੰ ਕੀ ਕਿਹਾ ਜਾਂਦਾ ਵਾ। ਇਹਨਾਂ ਨੂੰ ਜੀ ਗ੍ਰੈਂਡ ਓਲਡ ਮੈਨ ਆਫ ਗੁਜਰਾਤ, ਨਾਟ ਇੰਡੀਆ, ਠੀਕ ਹੈ ਜੀ। ਗ੍ਰੈਂਡ ਓਲਡ ਮੈਨ ਆਫ ਗੁਜਰਾਤ ਕਿਹਾ ਜਾਂਦਾ ਅਬਾਸ ਤਿਆਬ ਜੀ, ਕਿਉਂਕਿ ਜਦੋਂ ਇਹਨਾਂ ਨੇ ਅਗਵਾਈ ਕੀਤੀ ਸੀ ਉਸ ਟਾਈਮ ਦੇ ਉੱਤੇ ਨੀਅਰ ਅਬਾਊਟ 76 ਸਾਲ ਦੇ ਸੀਗੇ, ਠੀਕ ਹੈ ਜੀ। ਸੋ ਇਹ ਹੋ ਗਿਆ ਜੀ। ਹੁਣ ਆਪਣਾ ਨੈਕਸਟ ਆਪਣਾ ਪੰਜਾਬੀ ਜਿਹੜਾ ਸੀ ਹੇਠ ਲਿਖੇ ਵਿੱਚੋਂ ਕਿਹੜੇ ਸਾਲ ਦੇ ਵਿੱਚ ਪੰਜਾਬ ਵਿੱਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਐਲਾਨ ਕੀਤਾ ਗਿਆ ਸੀ? 1960, 1967, 66 ਜਾਂ 1970 ਦੇ ਵਿੱਚ? ਦੱਸੋ ਜੀ। 1966 ਦੇ ਵਿੱਚ ਐਲਾਨ ਕਰਤਾ ਸੀ, ਕਿਉਂਕਿ ਭਾਸ਼ਾ ਦੇ ਆਧਾਰ ਤੇ ਆਪਾਂ ਦੇਖਿਆ ਸੀ ਨਾ 1966 ਦੇ ਵਿੱਚ ਵੰਡ ਹੋ ਗਈ ਸੀ, ਠੀਕ ਆ। ਸੋ ਇੱਕ ਨਵਾਂ ਆਪਣੀ ਸਟੇਟ ਕ੍ਰੀਏਟ ਹੋ ਗਈ ਸੀ, ਆਪਣਾ ਹਰਿਆਣਾ ਹੋ ਗਈ ਸੀ ਤੇ ਹਿਮਾਚਲ ਦੇ ਵੀ ਕੁਝ ਪਾਰਟਸ ਨੂੰ ਅਲੱਗ ਕਰਤਾ ਸੀ, ਠੀਕ ਆ। ਸੋ ਇਹ ਸਾਰੀ ਆਪਣੀ ਹੋ ਜਾਏਗੀ। ਹੁਣ ਦੇਖੋ ਜੀ ਆਹ ਕੁਐਸਚਨ ਦੇ ਵਿੱਚ ਮੋਸਟਲੀ ਬੱਚੇ ਕਨਫਿਊਜ਼ ਹੋਣਗੇ। ਇਹਨਾਂ ਦੇ ਵਿੱਚੋਂ ਕਿਹਨਾਂ ਨੇ ਸਿੱਖ ਕੁਆਇਨ ਇੰਟਰੋਡਿਊਸ ਕੀਤੇ ਸੀ? ਮਹਾਰਾਜਾ ਰਣਜੀਤ ਸਿੰਘ, ਅਹਿਮਦ ਸ਼ਾਹ, ਮਹਾਰਾਜਾ ਹਰੀ ਸਿੰਘ ਜਾਂ ਬੰਦਾ ਸਿੰਘ ਬਹਾਦਰ? ਦੇਖੋ ਜੀ ਹੁਣ ਇਹਦੇ ਵਿੱਚ ਕਨਫਿਊਜ਼ ਹੋ ਕੇ, ਮੈਨੂੰ ਪਤਾ ਤੁਸੀਂ ਕਨਫਿਊਜ਼ ਹੋ ਗਏ ਕਿਹੜੀ ਆਪਸ਼ਨ ਜ਼ਿਆਦਾਤਰ ਲਗਾਓਗੇ। ਦੇਖੋ ਜੀ ਜੇਕਰ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਆਵੇ ਕਿ ਸਿੱਖ ਕੁਆਇਨ ਕਿਹਨਾਂ ਨੇ ਇੰਟਰੋਡਿਊਸ ਕੀਤੇ ਸੀ, ਜੇਕਰ ਸਿੱਖ ਕੁਆਇਨ ਲਿਖਿਆ ਆ ਗਿਆ ਤਾਂ ਉਹ ਇੰਟਰੋਡਿਊਸ ਕੀਤੇ ਸੀ ਬੰਦਾ ਸਿੰਘ ਬਹਾਦਰ ਨੇ। ਜੇਕਰ ਤੁਹਾਨੂੰ ਪੇਪਰ ਦੇ ਵਿੱਚ ਨਾਨਕ ਸ਼ਾਹੀ ਕੁਆਇਨ ਆ ਗਿਆ, ਸਪੈਸ਼ਲ ਮੈਂਸ਼ਨ ਸਟ੍ਰੈਸ, ਪੇਪਰ ਦੇ ਵਿੱਚ ਇਦਾਂ ਹੀ ਕੁਐਸਚਨ ਆਊਗਾ, ਦੋਨੇ ਇਕੱਠੇ ਨਹੀਂ ਦੇਣਗੇ ਉਹ। ਨਾਨਕ ਸ਼ਾਹੀ ਕੁਆਇਨਸ ਲਿਖਿਆ ਆ ਗਿਆ ਨਾ, ਇਹ ਕਿਹਨਾਂ ਨੇ ਇੰਟਰੋਡਿਊਸ ਕੀਤੇ ਸੀ? ਮਹਾਰਾਜਾ ਰਣਜੀਤ ਸਿੰਘ ਨੇ। ਦੋਨੋਂ ਅਲੱਗ-ਅਲੱਗ ਕੁਐਸਚਨ ਬਣਦੇ ਨੇ, ਠੀਕ ਆ। ਸੋ ਪੇਪਰ ਦੇ ਵਿੱਚ ਇਸੇ ਕੁਐਸਚਨ ਦੇ ਵਿੱਚ ਕਈ ਵਾਰ ਬੱਚਾ ਕਨਫਿਊਜ਼ ਹੋ ਜਾਂਦਾ। ਹੁਣ ਤੁਹਾਨੂੰ ਇਹ ਚੀਜ਼ ਕਦੇ ਵੀ ਨਹੀਂ ਭੁੱਲੇਗੀ, ਠੀਕ ਆ। ਹੁਣ ਤੁਸੀਂ ਇਹ ਦੋਨੇ ਕੁਐਸਚਨ ਦੇਖ ਵੀ ਚੁੱਕੇ ਹੋ। ਇਹਦੇ ਵਿੱਚੋਂ ਨਾਨਕ ਸ਼ਾਹੀ ਕੁਆਇਨ ਦੇ ਉੱਤੇ ਕੁਐਸਚਨ ਵੀ ਆ ਚੁੱਕਿਆ, ਸਿੱਖ ਕੁਆਇਨ ਦੇ ਉੱਤੇ ਵੀ 2021 ਚ ਕੁਐਸਚਨ ਆ ਚੁੱਕਿਆ ਵਾ, ਠੀਕ ਆ। ਹੁਣ ਇਹਨਾਂ ਚੋਂ ਕੋਈ ਮਰਜ਼ੀ ਕੁਐਸਚਨ ਰਿਪੀਟ ਹੋਊਗਾ ਤਾਂ ਤੁਸੀਂ ਗਲਤ ਨਹੀਂ ਕਰੋਗੇ। ਪੰਜਾਬੀ ਪੋਇਟ, ਇਹਨਾਂ ਦੇ ਵਿੱਚੋਂ ਹੇਠ ਲਿਖਿਆਂ ਵਿੱਚੋਂ ਕਿਹੜੀ ਪੰਜਾਬੀ ਕਿਤਾਬ ਦੇ ਲਈ ਪੰਜਾਬੀ ਕਵੀ ਸੁਰਜੀਤ ਪਾਤਰ ਨੇ ਸਾਹਿਤ ਅਕਾਦਮੀ ਅਵਾਰਡ ਜਿੱਤਿਆ ਸੀ? ਹਵਾ ਵਿੱਚ ਲਿਖੇ ਹਰਫ, ਹਨੇਰੇ ਵਿੱਚ ਸੁਲਗ ਦੀ ਵਰਨਮਾਲਾ ਜਾਂ ਬਿਰਚਕ ਅਰਜ ਕਰੇ ਜਾਂ ਮੇਰਾ ਦੇਸ਼ ਪੰਜਾਬ? ਪੰਜਾਬ ਦੇ ਸਾਹਿਤ ਦੇ ਵਿੱਚ ਮੇਰਾ ਤੁਹਾਨੂੰ ਕਰਵਾਇਆ ਹੋਇਆ ਕਿ ਪੇਪਰ ਦੇ ਵਿੱਚ ਇਹ ਰਿਪੀਟ ਹੁੰਦਾ ਵਾ। ਬਹੁਤ ਸੌਖਾ ਵਾ ਜੀ। ਸੁਰਜੀਤ ਪਾਤਰ ਨੂੰ ਸਾਹਿਤ ਅਕਾਦਮੀ ਅਵਾਰਡ ਕਦੋਂ ਕਿਹਦੇ ਲਈ ਕਿਹੜੀ ਕਿਤਾਬ ਲਿਖਿਆ? ਹਨੇਰੇ ਵਿੱਚ ਸੁਲਗ ਦੀ ਵਰਨਮਾਲਾ। ਸੋ ਬਹੁਤ ਈਜ਼ੀ ਕੁਐਸਚਨ ਬਣਦਾ ਸੀਗਾ, ਠੀਕ ਆ। ਸੋ ਇਹ ਸੀਗੇ ਜੀ ਆਪਣੇ ਅੱਜ ਦੇ ਕੁਐਸਚਨ, ਠੀਕ ਆ ਜੀ। 40 ਕੁਐਸਚਨ ਤਾਂ ਆਪਾਂ ਕੀਤੇ ਹੀ, ਨਾਲ ਆਪਾਂ ਕੁਝ ਐਕਸਟਰਾ ਫੈਕਟ ਵੀ ਕੀਤੇ। ਸੋ ਲਗਭਗ ਮੇਰੇ ਅਕੋਰਡਿੰਗ ਤੁਹਾਡਾ 100 ਦੇ ਨੇੜੇ ਤੇ ਕੁਐਸਚਨ MCQ ਤੁਹਾਡਾ ਕਵਰ ਹੋ ਗਿਆ ਹੋਏਗਾ। ਸੋ ਹੁਣ ਤੁਸੀਂ ਕੀ ਕਰਨਾ ਵਾ ਜੀ, ਇਹਦੇ 14 ਪੇਪਰ ਹੋ ਚੁੱਕੇ ਨੇ ਜਿੱਦਾਂ ਮੈਂ ਤੁਹਾਨੂੰ ਦੱਸਿਆ। 15ਵਾਂ ਪੇਪਰ ਤੇ ਆਖਰੀ ਪੇਪਰ ਆਪਣਾ ਹੋਏਗਾ ਇਹਦਾ ਜਿਹੜਾ ਇਲੈਕਸ਼ਨ ਕਾਨੂੰਨ ਦੇ ਵਿੱਚ GK ਪੁੱਛੀ ਸੀ ਉਹ ਹੋ ਜਾਏਗੀ। ਹੁਣ 15 ਦੇ 15 ਲਗਭਗ ਜਿਨ੍ਹਾਂ ਨੇ ਵੀ ਆਪਣੀ ਕਲਾਸ ਰੈਗੂਲਰ ਫੋਲੋ ਕੀਤੀ ਉਹਨੂੰ ਪਤਾ ਲੱਗ ਗਿਆ ਹੋਊਗਾ ਕਿ ਹਾਂ ਜੋ ਚੀਜ਼ ਮੈਂ ਪੜ੍ਹ ਰਿਹਾ ਸਹੀ ਪੜ੍ਹ ਰਿਹਾ ਵਾਂ ਤੇ ਕਿਹੜੇ ਸਬਜੈਕਟ ਮੇਰੇ ਰਹਿੰਦੇ ਨੇ ਜਿਹੜੇ ਕਿ ਮੈਨੂੰ ਖੁਦ ਮਿਹਨਤ ਕਰਕੇ ਵੀ ਕਰਨੇ ਚਾਹੀਦੇ ਨੇ। ਕਿਉਂਕਿ ਹਰੇਕ ਚੀਜ਼ ਅਗਰ ਆਪਾਂ ਗੱਲ ਕਰੀਏ ਨਾ, ਹਰੇਕ ਚੀਜ਼ ਆਪਾਂ ਕਿਸੇ ਵੀ ਤੁਸੀਂ ਚੈਨਲ ਨੂੰ ਫੋਲੋ ਕਰਦੇ ਹੋ ਜਾਂ ਕਿਸੇ ਵੀ ਤੁਸੀਂ ਮੰਨ ਲਓ ਇੰਸਟੀਟਿਊਟ ਨੂੰ ਵੀ ਫੋਲੋ ਕਰਦੇ ਪਏ ਹੋ, ਹਰੇਕ 100% ਚੀਜ਼ ਤੁਹਾਡੀ ਕਿਤੇ ਵੀ ਕਵਰ ਨਹੀਂ ਹੋਏਗੀ। ਕਿਉਂਕਿ ਪੜ੍ਹਨਾ ਐਟ ਦੀ ਐਂਡ ਆਪਾਂ ਨੂੰ ਖੁਦ ਨੂੰ ਹੀ ਪੈਂਦਾ ਵਾ, ਠੀਕ ਆ। ਚਾਹੇ ਤੁਸੀਂ ਜਿੰਨੇ ਦਾ ਮਰਜ਼ੀ ਕੋਰਸ ਲੈ ਲਓ, ਚਾਹੇ ਤੁਸੀਂ 10,000 ਦਾ ਕੋਰਸ ਲੈ ਲਓ, 15,000 ਦਾ ਕੋਰਸ ਲੈ ਲਓ, ਪੜ੍ਹਨਾ ਤੁਹਾਨੂੰ ਆਪ ਹੀ ਪੈਣਾ ਵਾ, ਠੀਕ ਆ ਜੀ। ਸੋ ਕੋਸ਼ਿਸ਼ ਇਹੀ ਕਰਿਆ ਕਰੋ
ਕਿ ਜਿਹੜੀ ਜਿੰਨਾ ਵੀ ਤੁਹਾਨੂੰ ਹੋ ਰਿਹਾ ਵਾ, ਠੀਕ ਆ, ਜਦੋਂ ਤੁਹਾਨੂੰ ਪ੍ਰੀਵੀਅਸ ਈਅਰ ਪੇਪਰਾਂ ਨੂੰ ਦੇਖ ਕੇ ਹੀ ਅੰਦਾਜ਼ਾ ਲਾਊਗਾ ਕਿ ਹਾਂ ਯਾਰ ਇਹ ਵਾਲੀ ਚੀਜ਼ ਮੇਰੀ ਪੈਂਡਿੰਗ ਚੱਲਦੀ ਪਈ ਆ, ਇਹ ਮੈਨੂੰ ਸਬਜੈਕਟ ਦੇ ਉੱਤੇ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ, ਜਾਂ ਮੈਂ ਤੁਸੀਂ ਕੀਤੀ ਵੀ ਹੋਈ ਆ, ਤੁਹਾਨੂੰ ਪਤਾ ਲੱਗਦਾ ਕਿ ਆਹ ਟੌਪਿਕ ਦੇ ਵਿੱਚੋਂ ਮੇਰੇ ਕੁਐਸਚਨ ਗਲਤ ਜਾ ਰਹੇ ਆ, ਤਾਂ ਪੇਪਰ ਦੇ ਵਿੱਚ ਬਾਰ-ਬਾਰ ਪੇਪਰ ਦੇ ਵਿੱਚ ਰਿਪੀਟ ਹੋਣ ਜੀ। 15 ਪੇਪਰ ਜਦੋਂ ਆਪਾਂ ਇਹਦੇ ਕਰ ਲਾਂਗੇ, 14 ਦਾ ਕਰ ਚੁੱਕੇ ਹਾਂ, ਤੁਹਾਨੂੰ 15 ਦੇ ਵਿੱਚੋਂ ਆਈਡੀਆ ਹੋ ਗਿਆ ਹੋਊਗਾ ਕਿ ਹਾਂ ਇਹ ਟੌਪਿਕ ਦੇ ਵਿੱਚੋਂ ਕੁਐਸਚਨ ਆ ਰਹੇ ਨੇ, ਜ਼ਿਆਦਾਤਰ ਕੁਐਸਚਨ ਇਹਦੇ ਵਿੱਚੋਂ ਆ ਰਹੇ ਨੇ, ਤਾਂ ਮੈਨੂੰ ਇਹ ਕਰਨੇ ਹੀ ਪੈਣੇ ਨੇ, ਇਦੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਗਾ। ਠੀਕ ਹੈ ਜੀ। ਸੋ ਇਹ ਸੀਗਾ ਜੀ ਆਪਣੀ ਅੱਜ ਦੀ ਕਲਾਸ। ਠੀਕ ਹੈ ਜੀ। ਹੁਣ ਆਪਣੀ 15ਵੀਂ ਕਲਾਸ ਤੋਂ ਬਾਅਦ ਆਪਣੀ ਇਹ PYQ PSSSB ਦੀ ਸੀਰੀਜ਼ ਖਤਮ ਹੋ ਜਾਏਗੀ, ਤਾਂ ਉਸ ਤੋਂ ਬਾਅਦ ਹੁਣ ਆਪਾਂ ਸਟੈਟਿਕ ਜੀਕੇ ਦੇ ਉੱਤੇ ਧਿਆਨ ਆਪਣਾ ਪੂਰਾ ਕੇਂਦਰਿਤ ਕਰ ਸਕਾਂਗੇ। ਠੀਕ ਹੈ ਜੀ। ਸੋ ਧੰਨਵਾਦ ਜੀ। ਸਬਸਕ੍ਰਾਈਬ ਜ਼ਰੂਰ ਕਰੋ ਆਪਣੇ ਚੈਨਲ ਨੂੰ, ਜੇਕਰ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ। ਠੀਕ ਹੈ ਜੀ। ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰੋ। ਧੰਨਵਾਦ ਜੀ। ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ।